अस्सलाम वालेकुम, नमस्ते, सत श्री अकाल। मैं तुहाडी दोस्त, मैं तुहाडी होस्ट शगुफ्ता लोधी। पंजाबी बैठक दे नाल असी एक होर पंजाबी दे उत्ते अपने ख्यालात दा इजहार करन वास्ते एक होर बहुत ही वधिया परौने नूं अज इनवाइट कीता वै। ते तुसीं जदों गलबात सुनोगे कि ओह प्रोफैसर साहब ने किन्ना कम्म कीता है ते तुसीं अपने आप ही कहोगे कि वाह बई, मां बोली दा काम करन वाले जिस तरह पूरी दुनिया ते बैठे हुए ने सारी जगह दे उत्ते बहुत वड्डे स्कॉलर बहुत नौजवान जेह्ड़े कम्म स्टार्ट कर चुके हैं ते पंजाबी जेह्ड़े ने ओह जाग चुके ने ते असी भी जिन्हां लोकां ने सारियां ज़बानां ते कम्म जेह्ड़े ने ओह कर रहे हैं और ज़बानां सारियां ही बहुत वधिया ने असी अक्सर कहने हैं। लेकिन पंजाबी बैठक जेह्ड़ा वै ਉਹ ਅਸੀਂ ਇਸ ਤੋਂ ਸ਼ੁਰੂ ਕੀਤਾ ਹੈ। ਤੁਸੀਂ ਜਾਣਦੇ ਹੋ ਕਿ ਮਰਦਮਸ਼ੁਮਾਰੀ ਜਿਹੜੀ ਹੈ ਇੰਗਲੈਂਡ ਦੇ ਵਿੱਚ 2021 ਵਿੱਚ ਹੋਣੀ ਹੈ। ਉਹਦੇ 'ਚ ਸਾਡਾ ਮਕਸਦ ਇਹੀ ਹੈ ਕਿ ਆਪਣੇ ਸਾਰੇ ਪੰਜਾਬੀ ਮਿੱਤਰ ਤੇ ਸੱਜਣ ਜਿੱਥੇ ਵੀ ਬੈਠੇ ਨੇ ਆਪਣੇ, ਬੇਸ਼ੱਕ ਉਹ ਇੰਡੀਆ ਪੰਜਾਬ ਦੇ ਨੇ, ਬੇਸ਼ੱਕ ਉਹ ਪਾਕਿਸਤਾਨੀ ਪੰਜਾਬ ਦੇ ਨੇ, ਉਹ ਬੇਸ਼ੱਕ ਜਿਹੜੇ ਇੱਥੇ ਯੂਕੇ 'ਚ ਬੈਠੇ ਨੇ, ਖਾਸ ਤੌਰ ਤੇ ਉਹਨਾਂ ਨੇ ਜਦੋਂ ਕੰਸੈਂਸਸ ਹੋਣਾ ਹੈ, ਜਦੋਂ ਮਰਦਮਸ਼ੁਮਾਰੀ ਹੋਣੀ ਹੈ ਤੇ ਆਪਣੀ ਮਾਂ ਬੋਲੀ ਤੇ ਪੰਜਾਬੀਆਂ ਦੀ ਮਾਂ ਬੋਲੀ ਜਿਹੜੀ ਆ ਉਹ ਪੰਜਾਬੀ ਹੈ ਤੇ ਪੰਜਾਬੀਆਂ ਨੇ ਆਪਣੀ ਮਾਂ ਬੋਲੀ 'ਚ ਪੰਜਾਬੀ ਹੀ ਲਿਖਣਾ ਹੈ ਤਾਂ ਜੇ ਇਹ ਲੈਵਲ ਤੇ ਬਾਕੀ ਜਗ੍ਹਾ ਤੇ ਜਿਹੜੀ ਫੰਡਿੰਗ ਹੁੰਦੀ ਹੈ ਸਾਡੇ ਜ਼ਬਾਨ ਪੰਜਾਬੀ ਵਾਸਤੇ ਬਹੁਤ ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਗ੍ਰੈਜੂਅਲੀ ਹਰ ਪ੍ਰੋਗਰਾਮਾਂ 'ਚ ਦੱਸਾਂਗੇ ਤੇ ਤੁਹਾਨੂੰ ਬਹੁਤ ਕੁਝ ਪਹਿਲੇ ਵੀ ਪਤਾ ਹੋਣਾ। ਤੇ ਆਓ ਪਹਿਲੇ ਤੇ ਮਿੱਤਰੀ ਸੱਜਣੋ ਤੇ ਮਿੱਤਰੋ ਅੱਜ ਦੇ ਮਹਿਮਾਨ ਨੂੰ ਮਿਲੀਏ ਤੇ ਸਾਡੇ ਨਾਲ ਅੱਜ ਨੇ ਪ੍ਰੋਫੈਸਰ ਡਾਕਟਰ ਸ਼ੰਗਾਰਾ ਐਸ ਢਿੱਲੋਂ ਜੀ ਆਇਆਂ ਨੂੰ ਸਰ, ਜੀ ਆਇਆਂ ਨੂੰ ਗਿਮੀ ਟੀਵੀ ਤੇ ਪੰਜਾਬੀ ਬੈਠਕ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਭ ਤੋਂ ਪਹਿਲੇ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੈ ਕਿ ਪੰਜਾਬੀ 'ਚ ਜਿਹੜਾ ਤੁਸੀਂ ਕਮਾਲ ਦਾ ਕੰਮ ਕੀਤਾ ਹੈ ਔਰ ਮੈਂ ਪਹਿਲੇ ਆਪਣੇ ਸੱਜਣਾ ਤੇ ਮਿੱਤਰਾਂ ਨੂੰ ਬਹੁਤ ਸਾਰੇ ਤੁਹਾਨੂੰ ਆਲਰੇਡੀ ਜਾਣਦੇ ਨੇ ਪਰ ਜਿਨ੍ਹਾਂ ਨੇ ਗਿਮੀ ਟੀਵੀ ਹਲੇ ਹੁਣੇ ਟਿਊਨ ਕੀਤਾ ਹੈ, ਜਿਹੜੇ ਪਹਿਲੀ ਵਾਰੀ ਵੇਖਦੇ ਪਏ ਨੇ ਪੰਜਾਬੀ ਬੈਠਕ, ਮੈਂ ਉਹਨਾਂ ਵਾਸਤੇ ਇਹ ਦੱਸਾਂਗੀ ਕਿ ਤੁਸੀਂ ਇਸ ਚੈਨਲ ਨੂੰ YouTube ਤੇ ਵੀ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਦੇ ਪੇਜ ਦੇ ਉੱਤੇ ਵੀ ਪਸੰਦ ਕਰੋ ਤੇ ਪੰਜਾਬੀ ਬੈਠਕ ਦੇ ਬਾਰੇ 'ਚ ਤੁਸੀਂ ਕੀ ਤਾਸੁਰ ਲੈ ਰਹੇ ਹੋ, ਤੁਹਾਡੇ ਕੀ ਅਹਿਸਾਸਾਤ ਨੇ, ਉਹਦੇ ਬਾਰੇ ਵੀ ਦੱਸੋ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਾਡੇ ਨਾਲ ਅੱਜ ਪ੍ਰੋਫੈਸਰ ਡਾਕਟਰ ਸਾਹਿਬ ਬੈਠੇ ਨੇ ਤੇ ਪ੍ਰੋਫੈਸਰ ਸਾਹਿਬ ਜਨਾਬ ਇਹਨਾਂ ਦੀ ਜਿਹੜੀ ਤਾਲੀਮੀ ਕਾਬਲੀਅਤ ਹੈ ਉਹ ਹੈ ਜੇ ਕਿ ਇਹਨਾਂ ਨੇ ਬੈਚਲਰਸ ਕੀਤਾ ਆਰਟਸ ਵਿੱਚ, ਉਹਦੇ ਬਾਅਦ ਇਹਨਾਂ ਨੇ ਸਾਈਕੋਲੋਜੀ 'ਚ, ਜਰਨਲਿਜ਼ਮ 'ਚ, ਮੈਸ ਕਮਿਊਨੀਕੇਸ਼ਨ 'ਚ ਔਰ ਉਹਦੇ ਬਾਅਦ ਮਾਸਟਰਸ ਕੀਤਾ ਜੇ ਪੰਜਾਬੀ ਵਿੱਚ, ਮਾਸਟਰਸ ਕੀਤਾ ਹਿਸਟਰੀ 'ਚ, ਮਾਸਟਰ ਕੀਤਾ ਫਿਲਾਸਫੀ 'ਚ, ਉਹਦੇ ਬਾਅਦ ਮਾਸਟਰਸ ਕੀਤਾ ਜੇ ਲਿੰਗੁਇਸਟਿਕਸ 'ਚ। 15 ਕਿਤਾਬਾਂ ਦੇ ਲਿਖਾਰੀ ਨੇ ਤੇ ਸਪੈਸ਼ਲ ਰਿਸਰਚ ਜਿਹੜੀ ਹੈ ਉਹ ਡਾਕਟਰ ਸਾਹਿਬ ਦੀ ਜੇ ਸੋਸ਼ੀਓਲੋਜੀ 'ਚ, ਸਾਈਕੋਲੋਜੀ 'ਚ, ਲਿੰਗੁਇਸਟਿਕ 'ਚ ਤੇ ਸੈਲਫ ਮੋਟੀਵੇਸ਼ਨਲ ਮੈਟਰਸ 'ਚ। ਡਾਕਟਰ ਸਾਹਿਬ ਕਮਾਲ ਹੈ, ਇੰਨੀਆਂ ਲਿਖਾਈਆਂ ਪੜ੍ਹਾਈਆਂ ਤੇ ਕਿਦੋਂ ਦੇ ਸ਼ੁਰੂ ਹੋਏ ਹੋ ਪੜ੍ਹਾਈ ਲਿਖਾਈ ਦੇ ਔਰ ਇਸ ਦੇ ਬਾਵਜੂਦ ਆਪਣੇ ਨਾਂ ਨਾਲ ਤੁਸੀਂ ਡਾਕਟਰ ਨਹੀਂ ਲਾਉਂਦੇ। ਇਹ ਮੈਨੂੰ ਮਿਹਰਬਾਨੀ, ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਕਿਹਾ ਕਿ ਤੁਹਾਡਾ ਦਿਲ ਕਰਦਾ ਤੇ ਤੁਸੀਂ ਆਪਣੀ ਮਰਜ਼ੀ ਕਰੋ ਪਰ ਮੈਂ ਡਾਕਟਰ ਨਹੀਂ ਲਾਉਂਦਾ, ਮੈਂ ਪ੍ਰੋਫੈਸਰ 'ਚ ਹੀ ਸਭ ਕੁਝ ਆ ਜਾਂਦਾ। ਸਰ ਕਿਉਂ ਡਾਕਟਰ ਕਿਉਂ ਨਹੀਂ ਆ ਜਾਂਦਾ ਹੈ? ਇਹ ਦਰਅਸਲ ਆਪਣਾ ਕਿਰਦਾਰ ਬੋਲਣਾ ਚਾਹੀਦਾ ਜੀ। ਇਹ ਅਹੁਦੇ ਡੈਜ਼ਿਗਨੇਸ਼ਨ ਜਿਹੜੇ ਆ ਇੰਨੀ ਅਹਿਮੀਅਤ ਨਹੀਂ ਰੱਖਦੇ। ਜਿਹੜਾ ਕਿਰਦਾਰ ਹੈ ਆਪਣਾ, ਅਸੀਂ ਕੰਮ ਕਿੰਨਾ ਕਰਦੇ ਹਾਂ ਮੁਆਸ਼ਰੇ ਦੇ ਵਾਸਤੇ, ਸਾਡੀ ਕੰਟਰੀਬਿਊਸ਼ਨ ਕੀ ਹੈ ਔਰ ਸਾਡਾ ਕੈਲੀਵਰ ਕੀ ਹੈ, ਸਾਡੇ ਅਲਫਾਜ਼ ਜਿਹੜੇ ਆ ਉਹ ਆਪਣੇ ਆਪ ਬੋਲ ਕੇ ਦੱਸਣੇ ਚਾਹੀਦੇ ਆ ਕਿ ਮੇਰੀ ਪਰਸਨੈਲਿਟੀ ਜਿਹੜੀ ਆ ਬਜਾਏ ਜਿਹੜਾ ਉਹ ਗੱਲ ਦੇ ਵਿੱਚ ਫੱਟਾ ਪਾਉਣ ਦੀ ਬਜਾਏ ਡਾਕਟਰ ਦਾ ਜਾਂ ਹੋਰ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਸਿਰਫ ਇੱਕ ਡਿਗਰੀਆਂ ਜਿਹੜੀਆਂ ਹੁੰਦੀਆਂ, ਇੱਕ ਤੁਹਾਡੀ ਕੁਆਲੀਫਿਕੇਸ਼ਨ ਦੀ ਇੱਕ ਸ਼ੁਰੂਆਤ ਹੁੰਦੀ ਹੈ, ਇੱਕ ਐਲੀਜੀਬਿਲਟੀ ਬਣ ਜਾਂਦੀ ਹੈ ਕਿ ਆਹ ਸਾਡੀ ਐਲੀਜੀਬਿਲਟੀ ਹੈ। ਇਸ ਤੋਂ ਫਰਦਰ ਜਿਹੜੀ ਸਾਡੀ ਕੰਟਰੀਬਿਊਸ਼ਨ ਹੈ ਉਹ ਜ਼ਿਆਦਾ ਕੰਮ ਕਰਦੀ ਹੈ। ਜਿਹੜੀ ਇੱਕ ਪੀਸ ਆਫ ਪੇਪਰ ਮਿਲ ਗਿਆ ਉਹ ਜਿੰਨਾ ਕੁ ਪੜ੍ਹਿਆ ਹੁੰਦਾ ਉਹਨਾਂ ਕੁ ਭੁੱਲ ਜਾਂਦਾ ਹੈ ਜੀ, ਮੇਰੇ ਸਮਝ ਦੇ ਵਿੱਚ ਇੰਨਾ ਕੋਈ ਹੈ। ਤੇ ਬਾਕੀ ਇਹ ਜਿਹੜਾ ਤੁਸੀਂ ਜੋ ਵੀ ਪੜ੍ਹ ਕੇ ਦੱਸਿਆ ਹੈ ਇਹ ਮੇਰਾ ਪਹਿਲਾਂ ਤੋਂ ਹੀ ਰਿਹਾ ਕਿ ਕੋਈ ਜਾਣਕਾਰੀ, ਕੋਈ ਨੌਲੇਜ ਜਿਹੜੀ ਹੈ ਨਾ ਉਹਦੇ ਵਾਸਤੇ ਪਹਿਲਾਂ ਤੇ ਵੱਧ ਤੋਂ ਵੱਧ ਜਿਹੜੀ ਮੇਰੀ ਰੁਚੀ ਰਹੀ ਹੈ ਇਸ ਪਾਸੇ ਵੱਲ।
पढ़ते भी रहे हैं, पढ़ाते भी रहे हैं, रेस भी करते रहे हैं, लेकिन एक जो पैशन होंगी है कि तुसी अपने माशरे के वास्ते कोई माइलस्टोन करने हो तो फिर बहुत जरूरी हो जाता कि आप किसी भी बहाने तो बच के जो सीधा टारगेट हिट करिए। और टारगेट हिट कर लेना वो सब तो बड़ी चीज है। मैं अज तक जो भी निशाना मिथ्या है वो अपना निशाना पूरा किया। ਉਹਦੀਆਂ मैं ਤੁਹਾਨੂੰ ਉਦਾਹਰਨਾਂ ਜ਼ਰੂਰ ਦੇਵਾਂਗਾ ਕਿ ਕਰਤਾਰਪੁਰ ਦਾ ਲੰਘਾ 9 ਨਵੰਬਰ 2019 ਨੂੰ ਜਿਹੜਾ ਆ ਉਹਦਾ ਉਦਘਾਟਨ ਹੋਇਆ। ਹਾਂਜੀ, ਉਸ ਦਿਨ ਮੈਂ ਇੱਕ ਆਪਣਾ ਏਮ ਬਣਾਇਆ ਕਿ ਇਸ ਮਸਲੇ ਦੇ ਉੱਤੇ, ਇਸ ਵਿਸ਼ੇ ਦੇ ਉੱਤੇ ਇੱਕ ਆਲਾ ਦਰਜੇ ਦੀ ਕਿਤਾਬ ਲਿਖਣੀ ਹੈ ਜਿਹੜੀ ਵਰਲਡ ਦੇ ਵਿੱਚ ਪਹਿਲੀ ਹੋਊਗੀ। ਵਾਹ। ਔਰ ਉਹ ਛਪ ਕੇ ਅਗਲੇ ਹਫਤੇ ਜਿਹੜੀ ਉਹ ਮਾਰਕੀਟ ਦੇ ਵਿੱਚ ਆ ਜਾਣੀ। ਇਸੇ ਤਰ੍ਹਾਂ ਹੁਣ ਚੱਲਦਾ ਕਰੋਨਾ ਵਾਇਰਸ। कोरोना वायरस के बारे में पूरी जानकारी वास्ते अजे तक साडे कोल कोई लिटरेचर नहीं। 300 पेज की किताब जिहड़ी आ वो अगस्त पहले या दूजे हफ्ते दे विच वो भी आ रही है मार्केट दे विच। सो इसी तरह मेरियां दूसरियां रिसर्चेस आ जांदियां, चाहे वो लिंग्विस्टिक दे उत्ते आ। 1987 दे विच मैं एक रिसर्च कीती सी लैंग्वेज दे उत्ते, वो यूनीवर्सिटियां दे विच चढ़दे पंजाब दे विच लगी हुई है। हजे तक भी वो पोस्ट ग्रेजुएशन क्लासेज नूं लगी हुई है। 1987 दे विच लिखी सी। तो उस तो बाद फिर पंजाब के हालात खराब हो गए। 91 ਦੇ ਵਿੱਚ ਇੱਕ ਹੋਰ ਕਿਤਾਬ ਲਿਖੀ, ਉਹ ਵੀ ਪਹਿਲੀ ਸੀ ਆਪਣੇ ਆਪ ਦੇ ਵਿੱਚ ਜਿਹੜੀ ਉਹ ਪੰਜਾਬ ਦੇ ਵਿੱਚ ਕਾਫੀ ਕੁਝ ਖੂਨ ਖਰਾਬਾ ਹੋਇਆ ਸੀ 80-90 ਦੇ ਦਰਮਿਆਨ। ਤੇ ਇਸ ਤੋਂ ਇਲਾਵਾ ਹੋਰ ਕਾਫੀ ਕੁਝ ਕੰਮ ਜਿੰਨਾ ਕੀਤਾ ਉਹ ਇੱਕ ਮਤਲਬ ਜਿਹੜਾ ਸੋਲਿਡ ਕੀਤਾ। ਇਸ ਨਿਸ਼ਾਨੇ ਨੂੰ ਮੁੱਖ ਰੱਖ ਕੇ ਕੀਤਾ ਕਿ ਜੇ ਕਰਨਾ ਤਾਂ ਵਧੀਆ ਕਰਨਾ, ਨਹੀਂ ਤਾਂ ਚੁੱਪ ਕਰਕੇ ਬਹਿ ਜਾਣਾ। ਜੀ जी अच्छा डॉक्टर साहब, तुसी जड़ा ताड़ा स्पॉटलाइट ऑन सिटीज पंजाबीज जड़ा वै और ओ जड़ी एक ताड़ी किताब है जड़ी है ओ तकरीबन 250 लोकां ने, बल्कि इस तो ज्यादा लोकां ने ओ बुक लॉन्च कीती ते ओ एक इन्नी वड्डे टॉपिक ते तुसी किताब कीती और पंजाबी दे विच उस किताब दी बड़ी कंट्रीब्यूशन है। मैनू ये दसो कि ये साडी पंजाबी हुण जिसां ताडे ते खैर अपने पाकिस्तान पंजाब वाल ते इधर हुण लोग जाग गए ने, पर तुसी भी यूके रहिंदे हो, मैं भी इत्थे ते इत्थे लोग ये जिसां देखो तुसी कि पंजाबी नूं एक तीसरी मेन लैंग्वेज च लिआए, जो कि पहले वो दूसरी पंजाबी दी मेन जबान पंजाबी नूं समझिया जांदा सी। ते की वजह क्यों लोग शर्मिंदा अपने आप नूं समझदे ने, क्यों लोकां नूं कॉम्पलैक्स हो जांदा है, इहदी की ते बड़ी मैनूं आंदी है सोच। जी ਇਹ ਤੁਹਾਡੀ ਜਿਹੜਾ ਸਵਾਲ ਹੈ ਇਹਦਾ ਉੱਤਰ ਦੇਣ ਦੇ ਵਾਸਤੇ ਤੇ ਮੈਂ ਦੋ ਹਿੱਸੇ ਬਣਾਉਂਗਾ ਜੀ। ਜੀ ਪਹਿਲਾ ਹਿੱਸਾ ਇਹ ਹੈ ਕਿ ਜਿਹੜੀ ਤੁਸੀਂ ਕਿਤਾਬ ਦੀ ਗੱਲ ਕੀਤੀ ਹੈ 66 year of Punjabis in Leicester, a socio-analytical study। ਹਾਂਜੀ, ਇਹ ਜਿਹੜੀ ਮਤਲਬ ਰਿਸਰਚ ਹੈ ਮੈਂ 4.5 ਸਾਲ ਦੇ ਵਿੱਚ ਪੂਰੀ ਕੀਤੀ ਸੀ ਔਰ ਦੁਨੀਆ ਦੀਆਂ ਵਰਲਡ ਦੀਆਂ ਜਿਹੜੀਆਂ ਮੰਨੀਆਂ ਆਕਸਫੋਰਡ, ਕੈਂਬਰਿਜ, ਲੰਡਨ ਯੂਨੀਵਰਸਿਟੀ, ਲੈਸਟਰ ਦੀਆਂ ਆਪਣੇ ਇੱਥੇ ਜਿੰਨੀਆਂ ਯੂਨੀਵਰਸਿਟੀਆਂ, ਲਖਨਊ ਯੂਨੀਵਰਸਿਟੀ ਤੇ ਜਾਪਾਨ ਦੀ ਮਿਜੀ ਯੂਨੀਵਰਸਿਟੀ ਵਗੈਰਾ ਦੇ ਵਿੱਚ ਇੰਟਰੋਡਿਊਸ ਹੋਈ ਹੈ। ਔਰ ਇਹ ਕਿਤਾਬ ਜਿਹੜੀ ਆ ਪੰਜਾਬੀਆਂ ਦੇ 66 ਸਾਲ ਜਿਹੜੇ ਇੱਥੇ ਪੰਜਾਬੀ ਰਹੇ ਆ, 66 ਸਾਲ ਲਗਭਗ, ਉਹਨਾਂ ਦਾ ਸਰਵੇ ਕੀਤਾ ਸੀ। ਸਮਾਜਿਕ ਵਿਗਿਆਨ ਦੇ ਪੱਖੋਂ ਇੱਕ ਵਿਗਿਆਨਕ ਅਧਿਐਨ ਸੀ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਲੋਕਾਂ ਇੱਥੇ ਆ ਕੇ ਇਸ ਮੁਲਕ ਦੇ ਵਿੱਚ ਇਮੀਗ੍ਰੇਟ ਹੋ ਕੇ ਕੀ ਖੱਟਿਆ ਤੇ ਕੀ ਗਵਾਇਆ, ਇਹਨਾਂ ਦੇ ਐਕਸਪੀਰੀਅੰਸਿਸ ਕੀ ਹੈ, ਉਹਨੂੰ ਕੰਕਲੂਡ ਕੀਤਾ। ਉਹ ਮੇਰੇ 4.5 ਸਾਲ ਲੱਗੇ ਸੀ। ਐਪਰੀਸ਼ੀਏਸ਼ਨ ਵੀ ਬੜੀ ਹੈ। ਯੂਨੀਵਰਸਿਟੀਆਂ ਦੇ ਚਾਂਸਲਰਾਂ ਨੇ ਬੜੇ ਲੈਟਰ ਲਿਖ ਭੇਜੇ ਕਿ ਇਹ ਅਸੀਂ ਫੰਡਿੰਗ ਕਰਦੇ ਹਾਂ, ਫੈਲੋਸ਼ਿਪ ਦਿੰਦੇ ਹਾਂ ਇਹੋ ਜਿਹੇ ਪ੍ਰੋਜੈਕਟਾਂ ਦੇ ਵਾਸਤੇ, ਤੁਸੀਂ ਇਕੱਲਿਆਂ ਨੇ ਕਿੱਦਾਂ ਕਰ ਦਿੱਤੀ। ਔਰ ਉਹਨਾਂ ਨੇ ਐਪਰੀਸ਼ੀਏਟ ਕੀਤਾ। ਮੇਰੇ ਵਾਸਤੇ ਇਹ ਮਾਣ ਵਾਲੀ ਗੱਲ ਹੈ। ਦੂਸਰਾ ਅਸੀਂ ਸਵਾਲ ਕੀਤਾ ਕਿ ਪੰਜਾਬੀ ਬੋਲੀ ਆ ਉਹ ਤੀਜੇ ਦਰਜੇ ਤੇ ਪਹਿਲੇ ਦਰਜੇ ਤੇ ਹੁੰਦੀ ਸੀ। ਇਹਦੀ ਵਜ੍ਹਾ ਕੀ ਹੈ? ਜੇ ਹੁਣ ਅਸੀਂ ਲੌਜੀਕਲੀ ਇਹਦੀ ਵਜ੍ਹਾ ਜਿਹੜੀ ਟੋਲੀਏ ਆ ਤੇ ਉਹ ਇਹ ਬਣਦੀ ਹੈ ਕਿ ਜਿਹੜੀਆਂ ਨਵੀਆਂ ਜਨਰੇਸ਼ਨਾਂ ਆ ਉਹਨਾਂ ਨੂੰ ਜਿਹੜੀ ਪੰਜਾਬੀ ਦੀ ਪਿਉਂਦ ਨਹੀਂ ਚੜ ਰਹੀ, ਨੰਬਰ 1। ਦੂਸਰੀ ਗੱਲ ਜਿਹੜੀ ਹੈ ਕਿ ਉਹ ਇਹ ਹੈ ਕਿ ਸਾਡੇ ਲੋਕ ਜਿਹੜੇ ਆ ਉਹਨਾਂ ਦਾ ਟ੍ਰੈਂਡ ਚੇਂਜ ਹੋ ਗਿਆ। ਜਿਹੜਾ ਇੱਥੇ ਦਾ ਕਲਚਰ, ਵੈਸਟਰਨ ਕਲਚਰ ਆ, ਉਹਦੀ ਜ਼ਿਆਦਾ ਚੜ ਰਹੀ। ਤੀਸਰੀ ਗੱਲ ਜਿਹੜੀ ਇਹ ਆ ਜਾਂਦੀ ਹੈ ਕਿ ਸਾਡੇ ਲੋਕਾਂ ਦੇ ਵਿੱਚ ਇੱਕ ਕੰਪਲੈਕਸ ਹੈ, ਜਿਹਨੂੰ ਅਸੀਂ ਇਨਫੀਰੀਅਰਿਟੀ ਕੰਪਲੈਕਸ ਕਹਿੰਦੇ ਆ
ਕਿ ਪੰਜਾਬੀ ਬੋਲੀ ਜਿਹੜੀ ਹੈ ਉਹ ਇੰਨੀ ਵਧੀਆ ਬੋਲੀ ਨਹੀਂ ਹੈ। ਅਸੀਂ ਪੰਜਾਬੀ ਬੋਲਦੇ ਆ ਤਾਂ ਅਸੀਂ ਬੜਾ ਹੋਰ ਤਰ੍ਹਾਂ ਲੱਗਦੇ ਹਾਂ। ਅਸੀਂ ਆਪਣੇ ਆਪ ਨੂੰ ਥੋੜਾ ਜਿਹਾ, ਸਾਨੂੰ ਸ਼ਰਮ ਆਉਂਦੀ ਹੈ, ਐਮਬੈਰਸਮੈਂਟ ਫੀਲ ਹੁੰਦੀ ਹੈ। ਜਦ ਕਿ ਇੱਥੇ ਆ ਕੇ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਬੋਲੀ ਕੋਈ ਵੀ ਪਛੜੀ ਨਹੀਂ ਹੁੰਦੀ। ਸਾਡੀ ਸੋਚ ਹੈ, ਇਹ ਸਾਡੀ ਸੋਚ ਹੈ, ਪਛੜੇਵਾ ਸਾਡੀ ਸੋਚ ਦਾ। ਜਿਹੜੀ ਬੋਲੀ ਜਿਹੜੀ ਹੈ ਕਮਿਊਨੀਕੇਸ਼ਨ, ਜਿਹੜਾ ਡਿਊਲ ਕਮਿਊਨੀਕੇਸ਼ਨ ਦੇ ਵਿੱਚ, ਸੰਚਾਰ ਦੇ ਵਿੱਚ ਵਧੀਆ ਢੰਗ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕਰ ਸਕਦੇ ਹਾਂ। ਅਲਫਾਜ਼ ਹੈ ਨਾ, ਅਸੀਂ ਸਮਝਾ ਸਕਦੇ ਹਾਂ ਤੇ ਸਮਝ ਸਕਦੇ ਹਾਂ, ਉਹਨੂੰ ਪਛੜੀ ਕਦੇ ਨਹੀਂ ਕਹਿ ਸਕਦੇ ਅਸੀਂ। ਬੋਲੀ ਕਿੰਨੀ ਵਧੀਆ ਹੈ, ਇਹ ਇੱਕ ਬੋਲਣ ਵਾਲੇ ਤੇ ਉਸ ਬੋਲੀ ਦੇ ਸੂਤ ਦੇ ਉੱਤੇ ਡਿਪੈਂਡ ਕਰਦਾ ਕਿ ਉਹ ਕਿੰਨਾ ਗੁੜ ਪਾਉਂਦਾ ਤੇ ਕਿੰਨਾ ਮਿੱਠਾ ਹੋਊਗਾ। ਅਸੀਂ ਬੋਲੀ ਜਿਹੜੀ ਹੈ, ਮੈਂ ਆਪ ਇੱਥੇ ਅੰਗਰੇਜ਼ਾਂ ਦੇ ਨਾਲ, ਬਹੁਤ ਇੰਗਲਿਸ਼ ਲੋਕਾਂ ਦੇ ਨਾਲ ਕਈ ਵਾਰ ਉਹ ਪੁੱਛ ਲੈਂਦੇ ਨੇ ਸਾਨੂੰ ਇਹਦਾ ਮੀਨਿੰਗ ਦੱਸੋ, ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਦੱਸਦਾ। ਲੇਕਿਨ ਸਾਡੇ ਲੋਕ ਬਹੁਤੇ ਕੀ ਕਰਦੇ ਆ, ਮੈਂ ਬਹੁਤ ਅਫਸੋਸ ਨਾਲ ਕਹੂੰਗਾ, ਉਹਨਾਂ ਨੂੰ ਗਾਲਾਂ ਤਾਂ ਸਿਖਾ ਦਿੰਦੇ ਆ, ਲੇਕਿਨ ਚੰਗੀ ਗੱਲ ਨਹੀਂ ਸਿਖਾਉਂਦੇ। ਗਾਲਾਂ ਉਹਨਾਂ ਨੂੰ ਜ਼ਰੂਰ ਸਿਖਾਉਂਦੇ ਆ ਕਿ ਜੇ ਪੰਜਾਬੀ ਦੇ ਇੰਗਲਿਸ਼ ਦੇ ਵਿੱਚ ਤੁਸੀਂ ਆਹ ਲਫ਼ਜ਼ ਬੋਲਦੇ ਆ ਤਾਂ ਪੰਜਾਬੀ ਵਿੱਚ ਇਸ ਤਰ੍ਹਾਂ ਤੁਸੀਂ ਗਾਲ ਕੱਢ ਸਕਦੇ ਹੋ। ਦੈਟਸ ਦੀ ਬੈਡ ਥਿੰਗ। ਸੋ ਇਹਦੇ ਵਿੱਚ ਇਹ ਹੈ ਕਿ 3-4 ਪੁਆਇੰਟ ਜਿਹੜੇ ਮੈਂ ਤੁਹਾਨੂੰ ਦੱਸੇ ਆ, ਇਹਨਾਂ ਦੇ ਉੱਤੇ ਫੋਕਸ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ 2021 ਦੇ ਵਿੱਚ ਜਿਹੜੀ ਇਹ ਕਾਨਫਰੰਸਸ ਹੋਣੇ ਆ, ਰਾਇਸ਼ੁਮਾਰੀ ਹੋਣੀ ਆ, ਉਹਦੇ ਵਿੱਚ ਅਸੀਂ ਦੂਸਰੇ ਨੰਬਰ ਤੇ ਆਈਏ। ਔਰ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹੂੰਗਾ ਇੱਥੇ ਕਿ ਪੋਲਿਸ਼ ਲੋਕ 2000 ਦੇ ਬਾਅਦ ਆਏ ਇੱਥੇ, ਮਿਲੇਨੀਅਮ ਦੇ ਬਾਅਦ। ਉਹਨਾਂ ਦੀ ਜ਼ਬਾਨ ਜਿਹੜੀ ਆ ਉਹ ਦੂਸਰੀ ਬੋਲੀ ਬਣੀ ਆ ਇੱਥੇ ਦੇ ਕੰਟਰੀ ਦੀ। ਜਦੋਂ ਸਾਡੀ ਪਹਿਲਾਂ ਦੂਜੀ ਸੀ, ਸਾਡੀ ਤੀਜੀ ਥਾਂ ਦੇ ਉੱਤੇ ਕਿਵੇਂ ਸਰਕ ਗਈ। ਸਾਡੀ ਸੰਖਿਆ ਇੱਥੇ ਜਿਹੜੀ ਹੈ, ਜਨਸੰਖਿਆ ਜਿਹੜੀ ਆ, ਉਹਨਾਂ ਦੇ ਨਾਲੋਂ, ਪੋਲਿਸ਼ ਲੋਕਾਂ ਦੇ ਨਾਲੋਂ ਜ਼ਿਆਦਾ ਹੈ। ਫਿਰ ਉਸ ਹਿਸਾਬ ਦੇ ਨਾਲ ਜਿਹੜਾ ਹੈ ਪੰਜਾਬੀ ਬੋਲੀ ਜਿਹੜੀ ਆ ਦੂਸਰੀ ਹੋਣੀ ਚਾਹੀਦੀ ਹੈ, ਦੂਸਰੇ ਨੰਬਰ ਤੇ ਹੋਣੀ ਚਾਹੀਦੀ ਹੈ ਇੱਥੇ। ਇਹਦੇ ਬਾਰੇ ਚ ਸਾਨੂੰ ਸੋਚਣਾ ਜ਼ਰੂਰ ਪਊਗਾ ਜੀ। ਹਾਂਜੀ, ਇਹ ਜਿਹੜਾ ਅਸੀਂ ਵੀ ਆਪਣੀ ਗਿਮੀ ਟੀਵੀ ਨੇ ਪੰਜਾਬੀ ਬੈਠਕ ਸ਼ੁਰੂ ਕੀਤੀ ਹੈ, ਉਹਦੇ ਵਿੱਚ ਵੀ ਇਹ ਪ੍ਰੋਗਰਾਮ ਜਿਹੜਾ ਵੇ ਇਹ ਅਵੇਅਰਨੈਸ ਦਾ ਹੈ। ਜਿਸ ਤਰ੍ਹਾਂ ਤੁਹਾਡੇ ਵਗਰੇ ਸਕਾਲਰ ਵੀ ਆਉਂਦੇ ਨੇ ਜਿਨ੍ਹਾਂ ਨੇ ਪੰਜਾਬੀ ਚ ਇੰਨਾ ਕੰਮ ਕੀਤਾ। ਅਸੀਂ ਆਪਣੇ ਪਾਕਿਸਤਾਨ, ਪੰਜਾਬ ਤੋਂ ਵੀ ਲੈਂਦੇ ਹਾਂ, ਇੰਡੀਆ ਤੋਂ ਵੀ ਲੈਂਦੇ ਹਾਂ। ਕਿਉਂ? ਜੇ ਆਪਣੀ ਸਾਡੀ ਇਹ ਮਾਂ ਬੋਲੀ ਹੈ, ਅਸੀਂ ਜਦੋਂ ਤੱਕ ਆਪ ਨੂੰ ਸਵੀਕਾਰ ਨਹੀਂ ਕਰਾਂਗੇ, ਅਸੀਂ ਕੰਪਲੈਕਸ ਸਾਨੂੰ। ਅੱਛਾ, ਮੈਂ ਤੁਹਾਨੂੰ ਦੱਸਣੀ ਪਈ ਹਾਂ, ਮੇਰਾ ਆਪਣਾ ਜਿਹੜਾ ਪਰਸਨਲ ਸਬਜੈਕਟ ਉਹ ਅੰਗਰੇਜ਼ੀ ਚ ਹੈ। ਮੇਰਾ ਲਿਟਰੇਚਰ ਅੰਗਰੇਜ਼ੀ ਚ ਕੰਮ ਕੀਤਾ, ਫਿਰ ਉਹ ਪੜ੍ਹਾਇਆ ਲਿਖਾਇਆ ਵੀ ਬਹੁਤਾ ਅੰਗਰੇਜ਼ੀ ਚ ਹੈ। ਲੇਕਿਨ ਇਹ ਵੇ ਕਿ ਮੈਨੂੰ ਤੇ ਬਹੁਤ ਮਾਣ ਹੈ ਕਿ ਮੇਰੀ ਆਪਣੀ ਮਾਂ ਬੋਲੀ ਜਿਹੜੀ ਉਹ ਪੰਜਾਬੀ ਹੈ। ਔਰ ਉਸੇ ਚੀਜ਼ ਨੂੰ ਲੈ ਕੇ ਇੱਕ ਅੱਗੇ ਕਰਕੇ ਗੱਲਬਾਤ। ਹਾਲਾਂਕਿ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਘਰ ਚ ਪੰਜਾਬੀ ਮਾਪਿਆਂ ਨਾਲ ਵੀ ਬੋਲਦੇ ਸਾਂਗੇ, ਸਹੁਰਿਆਂ ਨਾਲ ਵੀ, ਫਿਰ ਆਪਣੇ ਘਰ ਦੇ ਵਿੱਚ ਵੀ ਪੰਜਾਬੀ। ਇਹ ਅੰਗਰੇਜ਼ੀ ਤੇ ਚੱਲਦੀ ਰਹਿੰਦੀ ਹੈ। ਲੇਕਿਨ ਇੱਥੇ ਇੰਗਲੈਂਡ ਦੇ ਵਿੱਚ ਇਹ ਦੇਖਿਆ ਵੈ ਕਿ ਹੁਣ ਜਿਸ ਤਰ੍ਹਾਂ ਇੱਕ ਵੱਡੀ ਸੂਚਨਾ ਹੈ ਕਿ ਜੀ ਹੁਣ ਤੁਸੀਂ ਆਪਣੀ, ਇਹ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਕਿ ਪੰਜਾਬੀ ਜਿਹੜੀ ਹੈ ਤੀਜੀ ਜ਼ਬਾਨ ਬਣ ਗਈ ਹੈ। ਕਿਉਂ ਬਣੀ ਤੀਜੀ ਜ਼ਬਾਨ? ਸਾਡੀਆਂ ਆਪਣੀਆਂ ਕੁਤਾਹੀਆਂ ਨਾਲ ਬਣੀ ਹੈ ਨਾ, ਸਾਡਾ ਆਪਣਾ ਕਸੂਰ ਹੈ ਇਸ ਮਾਮਲੇ ਦੇ ਵਿੱਚ ਨਾ। ਸਾਨੂੰ, ਅਸੀਂ ਜਦੋਂ ਤੱਕ ਮੰਨਾਂਗੇ ਨਹੀਂ ਕਿ ਸਾਡਾ ਕਸੂਰ ਕੀ ਹੈ, ਅਸੀਂ ਆਪਣੇ ਆਪ ਨੂੰ ਸਹੀ ਕਿਸ ਤਰ੍ਹਾਂ ਕਰਾਂਗੇ? ਤੇ ਇਹ ਕਿ ਸਾਨੂੰ ਉਹਨੂੰ ਬਚਾ ਕੇ ਵੀ ਰੱਖਣਾ ਹੈ ਤੇ ਫਿਰ ਅੱਗੇ ਉਹਦੇ ਚ ਬੜਾ ਫਾਇਦੇ ਨੇ ਸਾਡੀ ਆਪਣੀ ਜਨਰੇਸ਼ਨ ਲਈ। ਤੇ ਸਰ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕਿਉਂਕਿ ਕੰਮ ਕੀਤਾ ਉਹਦੇ ਤੇ, ਇਹ ਤੁਸੀਂ ਮਤਲਬ ਕਿ ਤੁਹਾਡਾ ਜਿਹੜਾ ਵੇ ਬਹੁਤ ਕੰਮ ਹੈ ਉਹਦੇ ਤੇ, ਸੈਲਫ ਮੋਟੀਵੇਸ਼ਨਲ ਮੈਟਰ ਚ ਵੀ, ਤੇ ਤੁਸੀਂ ਕਿਸ ਤਰ੍ਹਾਂ ਪੰਜਾਬੀਆਂ ਨੂੰ ਮੋਟੀਵੇਸ਼ਨ ਦੇ ਸਕਦੇ ਹੋ ਕਿ ਹਾਂ ਬਈ ਇਹ ਸਾਡੀ ਆਪਣੀ ਮਾਂ ਬੋਲੀ ਹੈ, ਥੋੜਾ ਜਿਹਾ ਜਾਗ ਲੋ, ਕੋਈ ਜ਼ੇਨ ਚ ਪਾ ਲੋ, ਅਸੀਂ ਤੇ ਪਿਆਰ ਨਾਲ ਗੱਲ ਸਮਝਾਣੇ ਪਏ ਆ। ਤੇ ਤੁਸੀਂ ਐਜ਼ ਏ ਮੋਟੀਵੇਸ਼ਨਲ ਐਕਸਪਰਟ ਤੁਸੀਂ ਕਿਸ ਤਰ੍ਹਾਂ ਪੰਜਾਬੀਆਂ ਨੂੰ ਇਹ ਗੱਲ ਕਹੋਗੇ? ਮੈਂ ਇਸ ਤਰ੍ਹਾਂ ਕਹੂੰਗਾ ਜੀ, ਇਹਨੂੰ ਇੱਕ ਵਧੀਆ ਐਗਜ਼ਾਮਪਲ ਦਿੰਦਾ। ਵੈਸੇ ਤੁਸੀਂ ਮੈਨੂੰ ਉਹਦਾ ਕਲੂ ਦੇ ਦਿੱਤਾ, ਆਨਸਰ ਤੁਸੀਂ ਦੇ ਦਿੱਤਾ, ਉਹਨੂੰ ਅੱਗੇ ਥੋੜਾ ਫਰਦਰ ਐਕਸਟੈਂਡ ਕਰ ਦੇਣਾ। ਜੀ ਜੀ। ਜੇ ਤੁਸੀਂ ਇੰਗਲਿਸ਼ ਦੇ ਵਿੱਚ ਪੜ੍ਹੇ ਹੋ ਤੇ ਇੰਗਲਿਸ਼ ਦੇ ਵਿੱਚ ਪੜ੍ਹਾ ਰਹੇ ਹੋ, ਲੇਕਿਨ ਤੁਸੀਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਦਾਹਰਨ ਹੋ ਕਿ ਤੁਸੀਂ ਪੰਜਾਬੀ ਜਿਹੜਾ ਹੈ ਉਹਦੇ ਨਾਲ, ਉਹਨਾਂ ਨਾਲ ਲਗਾਵ ਹੈ, ਉਹਦੇ ਤੁਸੀਂ ਮਾਣ ਮਹਿਸੂਸ ਕਰਦੇ ਹੋ। ਬਿਲਕੁਲ ਇਹੀ ਚੀਜ਼ ਜਿਹੜੀ ਹੈ, ਇਹੀ ਸਮਝਾਉਣ ਦੀ ਲੋੜ ਹੈ ਕਿ ਮੈਂ ਅੱਜ ਤੱਕ ਜਿੰਨਾ ਵੀ ਪੜ੍ਹਿਆ, ਮੇਰੇ ਖਿਆਲ ਦੇ ਵਿੱਚ ਇੱਕ ਡਿਗਰੀ ਕਰਨੀ ਬਹੁਤ ਔਖੀ ਹੋ ਜਾਂਦੀ ਹੈ। ਮੈਂ 5-7 ਗ੍ਰੈਜੂਏਸ਼ਨਾਂ ਚੱਕੀ ਫਿਰਦਾ, 2-3 ਮਾਸਟਰ ਚੱਕੀ ਫਿਰਦਾ, 1-2 PhD ਚੱਕੀ ਫਿਰਦਾ ਹੈ ਜੀ। ਇਸ ਤੋਂ ਇਲਾਵਾ 15-20 ਕਿਤਾਬਾਂ ਵੀ ਲਿਖ ਚੁੱਕਾ ਔਰ ਲਿਖ ਰਹੇ ਹਾਂ ਕੰਟੀਨਿਊਲੀ। ਔਰ ਟਨ ਦੇ ਹਿਸਾਬ ਨਾਲ ਜਿਹੜਾ ਆ ਉਹ ਆਪਣੇ ਆਰਟੀਕਲ ਰੋਜ਼ ਦੀ ਰੋਜ਼ ਮੈਂ ਲਿਖਦਾ, 1-2 ਆਰਟੀਕਲ ਰੋਜ਼ ਲਿਖਣੇ ਹੁੰਦੇ ਆ ਅਖਬਾਰਾਂ ਦੇ ਵਾਸਤੇ ਮੈਂ। ਤੇ ਉਹਦੇ ਵਿੱਚ ਇਹ ਚੀਜ਼ ਹੈ ਕਿ ਜ਼ਬਾਨ ਜਿਹੜੀ ਹੈ ਉਹ ਤੁਹਾਡੇ ਕੋਲ ਆਪਣੀ ਮਾਦਰੀ ਜ਼ਬਾਨ ਹੋਣੀ ਚਾਹੀਦੀ ਹੈ।
ਲੇਕਿਨ ਮੇਰਾ ਇਹ ਅਸੂਲ ਰਿਹਾ ਕਿ ਮੇਰੇ ਬੱਚੇ ਜਿਹੜੇ ਘਰ ਦੇ ਵਿੱਚ ਇੱਥੇ ਦੇ ਜਨਮੇ ਹੋਏ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਪੰਜਾਬੀ ਹੀ ਮਤਲਬ ਬੋਲਣਗੇ ਘਰ ਦੇ ਵਿੱਚ। ਅਸੀਂ ਆਪਣੇ ਕਲਚਰ ਨਾਲ ਜੁੜ ਕੇ ਰਹਿਣਾ, ਆਪਣੀਆਂ ਜੜ੍ਹਾਂ ਦੇ ਨਾਲ ਜੁੜ ਕੇ ਰਹਿਣਾ, ਤਾਂ ਬੋਲੀ ਆਪਣੀ ਰੱਖਣੀ ਪਊ। ਜਦੋਂ ਬਾਹਰ ਜਿੱਥੇ ਕਮਿਊਨੀਕੇਸ਼ਨ ਦੀ ਜ਼ਰੂਰਤ ਹੈ, ਜਿੱਥੇ ਇੰਗਲਿਸ਼ ਬੋਲਣ ਦੀ ਜ਼ਰੂਰਤ ਹੈ, ਉੱਥੇ ਸਾਨੂੰ ਬੋਲਣ ਦੇ ਵਿੱਚ ਹਿਚਕਚਾਹਟ ਨਹੀਂ ਹੋਣੀ ਚਾਹੀਦੀ। ਉੱਥੇ ਸਾਨੂੰ ਝਿਜਕਣਾ ਨਹੀਂ ਚਾਹੀਦਾ। ਉੱਥੇ ਇੰਗਲਿਸ਼ ਬੋਲੋ, ਹਿੰਦੀ ਬੋਲੋ, ਉਰਦੂ ਬੋਲੋ, ਕੋਈ ਵੀ ਜ਼ੁਬਾਨ ਬੋਲੋ, ਮਾੜੀ ਕੋਈ ਨਹੀਂ ਜ਼ੁਬਾਨ, ਲੇਕਿਨ ਆਪਣੀ ਮਾਤ ਭਾਸ਼ਾ ਨੂੰ ਕਦੇ ਕੰਪਰੋਮਾਈਜ਼ ਨਾ ਕਰੋ। ਜਦੋਂ ਅਸੀਂ ਉਹਨੂੰ ਕੰਪਰੋਮਾਈਜ਼ ਇੱਕ ਪਾਸੇ ਕਰਕੇ ਲਾ ਦਿੱਤਾ ਨਾ, ਜਦੋਂ ਸਾਡੇ ਅੰਦਰ ਜਿਹੜੀ ਹੈ ਇਹ ਗੱਲ ਬੈਠ ਗਈ ਕਿ ਬੋਲੀ ਮਾੜੀ ਹੈ, ਉਦੋਂ ਅਸੀਂ ਜਿਹੜਾ ਸਮਝੋ ਅਸੀਂ ਬੋਲੀ ਆਪਣੀ ਮਾਂ ਦਾ ਜਿਹੜਾ ਆ ਉਹ ਨੁਕਸਾਨ ਕਰ ਜਾਂਦੇ। ਜ਼ਿੰਦਗੀ ਅਸੂਲ ਬਣਾਉਣਾ ਚਾਹੀਦਾ ਕਿ ਹਰ ਇਨਸਾਨ ਦੀਆਂ 3 ਮਾਵਾਂ ਹੁੰਦੀਆਂ ਜੀ। ਸੋਚਣ ਵਾਲੀ ਗੱਲ ਹੈ ਇਹ 3 ਮਾਵਾਂ ਕਿਹੜੀਆਂ ਹੁੰਦੀਆਂ। ਪਹਿਲੀ ਮਾਂ ਜਿਹਨੂੰ ਅਸੀਂ ਧਰਤੀ ਮਾਤਾ ਕਹਿੰਦੇ ਆ, ਮਾਤਾ ਧਰਤ ਮਹਤ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬੇ ਨਾਨਕ ਨੇ ਜਿਹੜਾ ਫਰਮਾਇਆ, ਉਹ ਧਰਤੀ ਮਾਤਾ ਜਿੱਥੇ ਅਸੀਂ ਪਲਦੇ ਹਾਂ, ਜੋ ਸਾਨੂੰ ਵਾਤਾਵਰਨ ਮਿਲਦਾ ਉਹਦਾ ਖਿਆਲ ਰੱਖਣਾ। ਜੇ ਉਹਦਾ ਨਹੀਂ ਖਿਆਲ ਰੱਖਿਆ ਤਾਂ ਕਰੋਨਾ ਵਾਇਰਸ ਪੈਦਾ ਹੋ ਗਿਆ। ਨੰਬਰ 2, ਜਿਹੜੀ ਮਾਤਾ ਸਾਨੂੰ ਜਨਮ ਦਿੰਦੀ ਹੈ, ਜਿਹੜੀ ਮਾਤਾ ਆਪਣੇ ਹੱਥ ਨਾਲ ਪਹਿਲੀ ਗੁਰਤੀ ਦਿੰਦੀ ਹੈ, ਜਿਹੜੀ ਸਾਨੂੰ ਬੋਲ ਦਿੰਦੀ ਹੈ ਆਪਣੇ, ਉਸ ਮਾਤਾ ਦਾ ਜਿਹੜਾ ਆ ਉਹ ਮਾਤਾ ਦਾ ਕਦੇ ਦੇਣਾ ਦੇ ਨਹੀਂ ਸਕਦੇ ਜਿਹਨੇ 9 ਮਹੀਨੇ ਪੇਟ ਦੇ ਵਿੱਚ ਪਾਲਿਆ। ਔਰ ਆਪ ਜਿਹੜੇ ਆ ਦੁੱਖ ਝੱਲੇ ਆ, ਉਹਦਾ ਦੇਣਾ ਨਹੀਂ ਦਿੱਤਾ ਜਾ ਸਕਦਾ। ਤੀਸਰੀ ਮਾਤਾ ਜਿਹੜੀ ਹੈ ਉਹ ਮਾਂ ਬੋਲੀ ਹੈ। ਜੇ ਮਾਂ ਬੋਲੀ ਨੂੰ ਅਸੀਂ ਹੜ ਬੰਨ ਲਈਏ, ਉਹਦਾ ਪੱਲਾ ਫੜ ਲਈਏ, ਤਾਂ ਮੇਰੇ ਖਿਆਲ ਦੇ ਵਿੱਚ ਜਿਹੜਾ ਮਾਂ ਦਾ ਤੇ ਜਿਹੜੀ ਧਰਤੀ ਮਾਂ ਦਾ ਜਿਸ ਖਿੱਤੇ ਦੇ ਵਿੱਚ ਅਸੀਂ ਪਲੇ ਬੜੇ ਹੋਏ ਆ, ਉਹਦਾ ਕੁਛ ਨਾ ਕੁਛ ਕਰਜ਼ ਜਿਹੜਾ ਹੈ ਅਦਾ ਕੀਤਾ ਜਾ ਸਕਦਾ। ਅਸੀਂ ਕੁਝ ਨਾ ਕੁਝ ਜਿਹੜਾ ਦੇਣਾ ਦੇ ਸਕਦੇ ਹਾਂ, ਵਰਨਾ ਅਸੀਂ 7 ਜਨਮ ਵੀ ਲੈ ਲਈਏ ਤਦ ਵੀ ਜਿਹੜਾ ਆ ਇਹਨਾਂ ਮਾਵਾਂ ਦਾ ਜਿਹੜਾ ਕਰਜ਼ ਨਹੀਂ ਉਤਾਰਿਆ ਜਾ ਸਕਦਾ। ਔਰ ਜਿਹੜੀ ਜ਼ੁਬਾਨ ਹੈ, ਇਹ ਜ਼ੁਬਾਨ ਜਿਹੜੀ ਹੈ ਕੋਈ ਵੀ ਮਾੜੀ ਨਹੀਂ ਹੁੰਦੀ, ਸਿਰਫ ਸਾਡੀ ਆਪਣੀ ਸੋਚ ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕਰਕੇ ਆ ਇਹ ਮਾੜੀ ਹੁੰਦੀ ਹੈ। ਮੈਂ ਇੰਨਾ ਕੁ ਸੋਚ ਕੇ ਜਿਹੜਾ ਹੈ ਆਪਣੀ ਬੋਲੀ ਨੂੰ ਆਪਣੇ ਲੜ ਬੰਨਿਆ ਹੋਇਆ ਕਿ ਇੰਗਲਿਸ਼ ਦੇ ਵਿੱਚ ਕੰਮ ਕਰੀਦਾ, 2-3 ਕਿਤਾਬਾਂ ਇੰਗਲਿਸ਼ ਤੇ ਲਿਖ ਚੁੱਕਾ। ਇਸ ਤੋਂ ਇਲਾਵਾ ਜ਼ੁਬਾਨ ਦੇ ਵਿੱਚ ਵੀ ਮੇਰੀ ਇੱਕ ਪਾਕਿਸਤਾਨ ਦੇ ਚੜ੍ਹਦੇ ਪੰਜਾਬ ਦੇ ਵਿੱਚ ਹਾਂਜੀ, ਤੇ ਇਸੇ ਤਰ੍ਹਾਂ ਜਿਹੜਾ ਖਵਾਤੀਨੋ ਹਜ਼ਰਾਤ, ਸਾਨੂੰ ਕੁਝ ਮਸਲਾ ਹੁੰਦਾ ਪਿਆ ਤੇ ਜ਼ਰਾ ਦੇਖਨੇ ਆ ਕਿ ਕੀ ਮਸਲਾ ਹੋ ਰਿਹਾ ਹੈ। ਇਹ ਦੁਬਾਰਾ ਆ ਰਹੇ ਹਾਂ ਅਸੀਂ ਤੇ ਹਾਂਜੀ, ਇਹ ਥੋੜਾ ਜਿਹਾ ਟੈਕਨੀਕਲ ਵਿੱਚ ਮਸਲਾ ਹੋ ਗਿਆ ਸੀ ਜੀ। ਪ੍ਰੋਫੈਸਰ ਸਾਹਿਬ ਤੁਸੀਂ ਗੱਲ ਆਪਣੀ ਜਾਰੀ ਰੱਖੋ ਸਰ। ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਸਰ? ਜੀ ਅਬ ਵਿੱਚ ਕੋਈ ਹਾਂਜੀ 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 ਸਰ ਜੀ, ਤੁਸੀਂ ਕਹਿ ਰਹੇ ਸੀ ਕਿ ਤੁਸੀਂ ਜੀ ਜੀ ਸਰ ਆਪਣੀ ਗੱਲ ਜਾਰੀ ਰੱਖੋ ਤੁਸੀਂ। ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਹੈ ਜੀ? ਜੀ 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 ਆ ਰਹੀ ਹੈ, ਔਰ ਤੁਸੀਂ ਮੈਂ ਕਿਹਾ ਆਪਣੀ ਗੱਲ ਜਾਰੀ ਰੱਖੋ। ਸੋ ਇਸ ਤਰ੍ਹਾਂ ਹੈ ਕਿ ਅਸੀਂ ਕਦੇ ਵੀ ਮੁਆਸ਼ਰੇ ਵਿੱਚ ਵਿਚਰਦੇ ਹੋਏ ਨਾ ਇਹ ਮਹਿਸੂਸ ਨਾ ਕਰੀਏ ਕਿ ਅਸੀਂ ਪੰਜਾਬੀ ਹਾਂ ਤੇ ਸਾਨੂੰ ਪੰਜਾਬੀ ਬੋਲਣੀ ਨਹੀਂ ਚਾਹੀਦੀ। ਇਹ 2 ਚੀਜ਼ਾਂ, ਇੱਕ ਚੀਜ਼ ਨੂੰ ਅਸੀਂ ਸਮਝਦੇ ਹਾਂ। ਦੇਖੋ ਤੁਸੀਂ ਕਿੱਡਾ ਵੱਡਾ ਅਸੀਂ ਜਿਹੜਾ ਹੈ ਪੈਰਾਡਾਕਸ ਪੈਦਾ ਕਰ ਲੈਂਦੇ ਹਾਂ, ਕੰਫਲਿਕਟ ਪੈਦਾ ਕਰ ਲੈਂਦੇ ਹਾਂ ਕਿ ਅਸੀਂ ਪੰਜਾਬੀ ਗਾਣੇ ਤਾਂ ਸੁਣਨ ਨੂੰ ਪਸੰਦ ਕਰਦੇ ਹਾਂ, ਲੇਕਿਨ ਪੰਜਾਬੀ ਬੋਲਣੇ ਨੂੰ ਪਸੰਦ ਨਹੀਂ ਕਰਦੇ ਹੈ। ਇਹਦੇ ਵਿੱਚ ਵੱਡੀ ਚੀਜ਼ ਇਹ ਆ ਜਾਂਦੀ ਹੈ ਕਿ ਚਾਹੇ ਪਾਕਿਸਤਾਨ ਜਾਈਏ ਤੇ ਚਾਹੇ ਆਪਾਂ ਜਾਈਏ ਹਿੰਦੁਸਤਾਨ, ਭਾਰਤ ਜਿਹੜਾ ਇੰਡੀਆ ਦਾ ਪੰਜਾਬ ਆ, ਉੱਥੇ ਜਾਈਏ, ਜਿਹੜੇ ਬੱਚੇ ਇੱਥੇ ਪੰਜਾਬੀ ਨਹੀਂ ਬੋਲਦੇ ਜਾਂ ਪੰਜਾਬੀ ਬੋਲਣੀ ਨਹੀਂ ਸਿੱਖਦੇ, ਉਹਨਾਂ ਨੂੰ ਉੱਥੇ ਜਾ ਕੇ ਫਿਰ ਜਿਹੜਾ ਆਪਣੇ ਜਿਹੜੀਆਂ ਜੜ੍ਹਾਂ ਦੇ ਨਾਲ ਜੁੜਨ ਦੇ ਵਾਸਤੇ ਜਾਂ ਆਪਣੇ ਜਿਹੜੇ ਰਿਸ਼ਤੇਦਾਰ ਉਹਨਾਂ ਦੇ ਨਾਲ ਕਨਵਰਸੇਸ਼ਨ ਕਰਨ ਦੇ ਵਾਸਤੇ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ। ਔਰ ਜਿਸ ਤਰ੍ਹਾਂ ਅਸੀਂ ਜਿਹੜੀਆਂ ਵਰਲਡ ਦੀਆਂ ਜਿਹੜੀਆਂ ਨਵੀਆਂ ਲੈਂਗੁਏਜਸ ਹੈਗੀਆਂ ਦੂਸਰੀਆਂ ਆਪਸ਼ਨਲ ਲੈ ਲੈਂਦੇ ਆ ਯੂਨੀਵਰਸਿਟੀਆਂ ਵਿੱਚ, ਕਾਲਜਾਂ ਦੇ ਵਿੱਚ, ਤੇ ਉਹ ਇਸੇ ਤਰ੍ਹਾਂ ਜਿਹੜਾ ਜੇ ਪੰਜਾਬੀ ਲਈਏ ਤਾਂ ਇੱਕ ਐਕਸਟਰਾ ਸਕਿੱਲ ਹੈ ਜੀ। ਬਿਲਕੁਲ ਸਹੀ ਕਹਿ ਰਹੇ ਹੋ। ਇਹ ਸਕਿੱਲ ਹੈ, ਇਹ ਸਕਿੱਲ ਜਿਹੜੀ ਹੈ ਉਹ ਐਸ ਕੰਟਰੀ ਦੇ ਵਿੱਚ ਵੀ ਕੰਮ ਆਉਣੀ ਹੈ। ਜੇ ਯੂਕੇ ਦੇ ਵਿੱਚ ਰਹਿੰਦੇ ਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਿੱਚ, ਐਨੀਵੇਅਰ ਅਰਾਊਂਡ ਦੀ ਵਰਲਡ ਇਹ ਵੀ ਕੰਮ ਆਉਣੀ ਹੈ, ਤੇ ਇਹ ਪੰਜਾਬਾਂ ਦੇ ਵਿੱਚ ਵੀ ਕੰਮ ਆਉਣੀ ਹੈ। ਤੇ ਪੰਜਾਬ ਭਾਵੇਂ ਅਸੀਂ ਜਿਹੜਾ ਆ ਉਹ ਕੀ ਕਹਿੰਦੇ ਹੁੰਦੇ ਆ ਨਾ, ਜਲਾਵਤਨ ਪੰਜਾਬੀ ਹੈ, ਪ੍ਰਵਾਸੀ ਨਹੀਂ ਹੈ ਜੀ। ਹਾਂਜੀ, ਇਹ ਪ੍ਰਵਾਸੀ ਲਫ਼ਜ਼ ਮੈਂ ਵੈਸੇ ਨਾਰਮਲੀ ਜਿਹੜਾ ਮੇਰੀ ਰਿਸਰਚ ਹੈ ਮੈਂ ਉਹਦੇ ਵਿੱਚ ਗਲਤ ਮੰਨਦਾ, ਕਿਉਂਕਿ ਅਸੀਂ ਉਜੜੇ ਹੋਏ ਹਾਂ ਪੰਜਾਬ ਦੇ ਵਿੱਚ।
ਅਸੀਂ 8ਵਾਂ ਪੰਜਾਬ ਹੈ ਇਹ ਸਾਡਾ। ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ 8 ਪੰਜਾਬ ਨਹੀਂ, ਤੁਸੀਂ ਦੱਸੋ। ਮੈਂ ਕੁਝ ਜਾਣਨੀ ਹੈ, ਪਰ ਮੈਂ ਕੁਝ ਹੋਰ ਤੁਹਾਡੇ ਕੋਲ ਸਿੱਖਣਾ ਚਾਹਨੀ ਹਾਂ। ਸਾਡੇ ਨਾਜ਼ਰੀਨ ਵੀ ਦੇਖ ਰਹੇ, ਅਸੀਂ ਕਿਸ ਤਰ੍ਹਾਂ ਉਜੜੇ ਹੋਏ ਪੰਜਾਬੀ ਹਾਂ। ਕਿਉਂਕਿ ਦੇਖੋ, ਇਹ ਤਾਰੀਖ ਦਾ ਜਿਹੜੀ ਤਾਰੀਖ ਦੀਆਂ ਤਲਖ ਹਕੀਕਤਾਂ ਨੇ, ਇਹ ਵੀ ਇਸ ਚੀਜ਼ ਨੂੰ ਸਮਝਣ ਵਾਸਤੇ ਜ਼ਰੂਰੀ ਆ ਕਿ ਸਾਡੇ ਨਾਲ ਬਣੀਆਂ ਕੀ, ਤੇ ਇਸ ਵਜ੍ਹਾ ਤੋਂ ਜੋ ਕੁਝ ਸਾਡੇ ਨਾਲ ਹੋ ਗਿਆ, ਹੁਣ ਅਸੀਂ ਆਪਣੀ ਅਗਲੀਆਂ ਨਸਲਾਂ ਨੂੰ ਆਪਣੀ ਮਾਂ ਬੋਲੀ ਦਾ ਮਾਣ ਦੇਣਾ ਹੈ। ਮੈਂ ਇਸੇ ਵਜ੍ਹਾ ਨਾਲ ਮੈਨੂੰ ਇਹ ਕਹਿੰਦੀਆਂ ਸ਼ਰਮ ਨਹੀਂ ਆਉਂਦੀ ਕਿ ਜੀ ਅੰਗਰੇਜ਼ੀ ਮੀਡੀਅਮਾਂ 'ਚ ਪੜ੍ਹੇ ਅਸੀਂ, ਉੱਥੇ ਪੰਜਾਬ ਦੇ ਵਿੱਚ ਮੇਰੇ ਆਪਣੇ ਬੱਚੇ ਵੀ ਉੱਥੇ ਦੇ ਪ੍ਰਾਈਵੇਟ ਸਕੂਲਾਂ 'ਚ ਪੜ੍ਹੇ, ਪਰ ਘਰ 'ਚ ਉਹਨਾਂ ਨੂੰ ਪੰਜਾਬੀ ਬੋਲਣੀ ਪੈਂਦੀ ਹੈ। ਮੈਂ ਬਲਵਾਨੀ ਹਾਂ ਔਰ ਬੋਲਦੇ ਨੇ ਤੇ ਬੜੀ ਮਿੱਠੀ ਜ਼ਬਾਨ ਹੈ। ਔਰ ਮੈਂ ਉਹਨਾਂ ਨੂੰ ਕਹਿੰਦੀ ਹਾਂ, ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਬੋਲੀ ਦਾ ਪਰਸਨੈਲਿਟੀ ਦੇ ਨਾਲ ਜਿਹੜਾ ਆ ਉਹ ਸੰਬੰਧ ਨਹੀਂ ਹੈ, ਬੋਲੀ ਦਾ ਕਲਚਰ ਦੇ ਨਾਲ ਸੰਬੰਧ ਹੈ। ਹਾਂਜੀ ਹਾਂਜੀ ਹਾਂਜੀ। ਬੋਲੀ ਜਿਹੜੀ ਆ ਉਹ ਸੱਭਿਆਚਾਰ ਦੀ ਪਛਾਣ ਹੈ। ਬੋਲੀ ਜੋੜਦੀ ਹੈ। ਪੰਜਾਬੀ ਬੋਲੀ ਲੈ ਲਓ ਤੁਸੀਂ, ਸਾਰੇ ਧਰਮਾਂ ਨੂੰ ਜੋੜਦੀ ਹੈ ਨਾ। ਸਾਰੇ ਧਰਮਾਂ ਦੇ ਪੰਜਾਬ ਦੇ ਵਿੱਚ ਲੋਕ ਹੈ, ਸਾਰਿਆਂ ਨੂੰ ਜੋੜਦੀ ਹੈ, ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ। ਜੇ ਆਪਾਂ ਇੰਗਲਿਸ਼ ਦੀ ਗੱਲ ਕਰੀਏ ਨਾ, ਤੁਸੀਂ ਆਪਾਂ ਗੱਲ ਕਰਦੇ ਹਾਂ ਕਿ ਪੰਜਾਬੀ ਬੋਲੀ ਜਿਹੜੀ ਆ ਇੱਥੇ ਕਿਵੇਂ ਜਿਹੜੀ ਪ੍ਰਮੋਟ ਕਰਨੀ ਹੈ, ਇੱਕ ਮੈਂ ਬਹੁਤ ਵੱਡੀ ਐਗਜ਼ਾਮਪਲ ਜਿਹੜੀ ਆ ਉਹ ਦੇਣੀ ਚਾਹਾਂਗਾ ਕਿ ਪੰਜਾਬੀ ਬੋਲੀ ਜਿਹੜੀ ਹੈ ਉਹ 12ਵੀਂ ਸਦੀ ਦੇ ਵਿੱਚ 1175 ਲਗਭਗ ਅਰਾਊਂਡ ਪੂਰੀ ਤਰ੍ਹਾਂ ਡਿਵੈਲਪ ਬੋਲੀ ਸੀ। ਬਾਬਾ ਫਰੀਦ ਪਹਿਲਾ ਕਵੀ ਹੋਇਆ, ਪਹਿਲਾ ਸੂਫੀ ਕਵੀ ਬਾਬਾ ਫਰੀਦ ਹੋਇਆ ਪੰਜਾਬੀ ਦਾ। ਇਹ ਤਾਰੀਖ ਬੋਲਦੀ ਹੈ ਜੀ। ਬਿਲਕੁਲ। ਇੰਗਲਿਸ਼ ਲਾ ਲਓ ਤੁਸੀਂ, ਇੰਗਲਿਸ਼ ਦਾ ਚੌਸਰ ਜਿਹੜਾ ਆ ਉਹ ਹਾਂਜੀ ਪਹਿਲਾ ਕਵੀ ਹੋਇਆ ਜਿਹੜਾ 14ਵੀਂ ਸਦੀ ਦੇ ਵਿੱਚ ਹੋਇਆ। ਜੀ ਬਿਲਕੁਲ। ਅੰਦਾਜ਼ਾ ਲਾਓ ਕਿ ਪੌਣੇ 200 ਸਾਲ ਪਹਿਲਾਂ ਇਹ ਬੋਲੀ ਜਿਹੜੀ ਆ ਪੂਰੀ ਤਰ੍ਹਾਂ ਜਿਹੜੀ ਆ ਨਿਖਰੀ ਹੋਈ ਐ ਡਿਵੈਲਪ ਹੋਈ ਸੀਗੀ। ਪੰਜਾਬੀ ਪੌਣੇ 200 ਸਾਲ ਇੰਗਲਿਸ਼ ਤੋਂ ਵੱਡੀ ਹੈ। ਲੇਕਿਨ ਪੰਜਾਬੀ ਬੋਲੀ ਡਿਵੈਲਪ ਕਿਉਂ ਨਹੀਂ ਹੋਈ ਵਰਲਡ ਦੇ ਵਿੱਚ? ਇੰਗਲਿਸ਼ ਸਾਰੇ ਇੰਟਰਨੈਸ਼ਨਲ ਹੋ ਗਈ, ਪੂਰੀ ਦੁਨੀਆ ਦੇ ਵਿੱਚ। ਇਸ ਕਰਕੇ ਇੰਟਰਨੈਸ਼ਨਲ ਹੋਈ ਕਿਉਂਕਿ ਇੰਗਲਿਸ਼ ਜਿਹੜੀ ਹੈ ਉਹਨੂੰ ਡਿਵੈਲਪ ਕਰਨ ਦੇ ਵਾਸਤੇ ਗਵਰਨਮੈਂਟ ਜਿਹੜੀ ਹੈ ਉਹਨਾਂ ਨੇ ਪੂਰਾ ਜ਼ੋਰ ਲਾ ਦਿੱਤਾ। ਪੰਜਾਬੀ ਬੋਲੀ ਜਿਹੜੀ ਹੈ ਇਹਨੂੰ ਕਦੇ ਵੀ ਜਿਹੜਾ ਹੈ ਉਹ ਸਰਕਾਰਾਂ ਦੀ, ਗਵਰਨਮੈਂਟਾਂ ਦੀ, ਜਾਂ ਉਹ ਪਾਕਿਸਤਾਨ ਹੈ ਜਾਂ ਪੰਜਾਬ ਇਧਰਲਾ ਹੈ ਜਾਂ ਉਧਰਲਾ, ਕਦੇ ਜਿਹੜੀ ਸਰਕਾਰੀ ਪੁਸ਼ਤ ਪਨਾਹੀ ਜਿਹੜੀ ਆ ਉਹ ਨਹੀਂ ਮਿਲੀ। ਈਵਨ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਪੰਜਾਬੀ ਨੂੰ ਜਿਹੜਾ ਹੈ ਉਹ ਸਤਿਕਾਰ ਨਹੀਂ ਮਿਲਿਆ। ਤੱਥ ਬੋਲਦੇ ਆ ਇਹ ਬੋਲੀ ਬਚੀ ਹੋ ਆ ਤੇ ਸਿਰਫ ਆਮ ਲੋਕਾਂ ਦੇ ਸਿਰ ਤੇ ਬਚੀ ਹੋਈ ਹੈ। ਇਹ ਉਹਨਾਂ ਨੇ ਸੰਭਾਲੀ ਹੋਈ ਆ, ਜਾਂ ਤੁਹਾਡੇ ਵਰਗੇ ਬੁੱਧੀਜੀਵੀ ਜਿਹੜੇ ਇੰਨਾ ਮਾਣ ਲੈ ਕੇ ਆਪਣੇ ਜਿਹੜੇ ਵੱਡੇ ਵਡੇਰੇ ਆ ਉਹਨਾਂ ਦੀ ਯਾਦ ਦੇ ਵਿੱਚ ਇਹ ਚੈਨਲ ਚਲਾ ਰਹੇ ਆ, ਤੁਸੀਂ ਪ੍ਰਮੋਟ ਕਰ ਰਹੇ ਹੋ ਪੰਜਾਬੀ ਦੀ। ਪੰਜਾਬੀ ਤਾਂ ਬਚੀ ਹੋਈ ਹੈ, ਲੇਕਿਨ ਗਵਰਨਮੈਂਟਾਂ ਨੇ ਤੁਹਾਡੇ ਵਗਰੇ ਪ੍ਰੋਫੈਸਰ, ਤੁਹਾਡੇ ਵਗਰੇ ਦਾਨਿਸ਼ਵਰਾਂ ਨੇ ਵੀ ਬੜਾ ਕੰਮ ਕੀਤਾ ਹੈ ਔਰ ਕਰ ਰਹੇ ਹੋ, ਹੁਣ ਵੀ ਕਰ ਰਹੇ ਹੋ। ਤੁਸੀਂ ਦੇਖੋ, ਤੁਸੀਂ ਕਿਹੜੀ ਯੂਨੀਵਰਸਿਟੀਆਂ 'ਚ ਤੁਸੀਂ ਨਹੀਂ ਜਾਂਦੇ ਇੰਗਲੈਂਡ 'ਚ, ਤੁਸੀਂ ਆਪਣੇ ਬੜੇ ਮਾਣ ਦਾ ਵੀ ਨਾ ਕਹਿੰਦੇ ਹੋ ਹਾਂ ਬਈ ਮੈਂ ਪੰਜਾਬੀ ਹਾਂ, ਮੈਂ ਪੰਜਾਬੀ ਬੋਲੀ ਨੂੰ ਮੈਂ ਮਾਣ ਦਾਵਾ ਦਿੰਦਾ। ਮੈਂ ਤੁਹਾਨੂੰ ਇਸੇ ਤਰ੍ਹਾਂ, ਅਸੀਂ ਤੁਹਾਡੇ ਕੋਲੋਂ ਔਰ ਤੁਹਾਡੇ ਵਗਰੇ ਬੜੇ ਸਾਰੇ ਸੱਜਣ ਮਿੱਤਰ ਨੇ ਜਿਨ੍ਹਾਂ ਕੋਲੋਂ ਦੇਖ ਕੇ ਕਿਹਾ। ਮੇਰੇ ਵਾਲਿਦ ਸਾਹਿਬ ਕਹਿੰਦੇ, ਉਹ ਬੜਾ ਫਖਰ ਕਰਦੇ ਸੀ ਕਿ ਵੀ ਹਾਂ ਬਈ ਮੈਂ ਪੰਜਾਬੀ ਦਾ ਨਾਵਲ ਲਿਖਿਆ, ਮੈਂ ਸਾਂਝ ਲਿਖਿਆ ਪੰਜਾਬੀ, ਔਰ ਬੜਾ ਖੁੱਲ ਕੇ ਕਹਿੰਦੇ ਸੀ। ਇਹ ਜਿਹੜੀ ਗੱਲ ਤੁਸੀਂ ਕਹੀ ਹੈ ਉਹ ਸਾਫ਼ ਕਹਿੰਦੇ ਸੀ। ਦੇਖੋ, ਉਹਦੇ ਵਿੱਚ ਇਹ ਚੀਜ਼ ਹੈ ਕਿ ਪੰਜਾਬੀ ਬੋਲੀ ਜਿਹੜੀ ਆ ਇਹਦਾ ਜਿਹੜਾ ਲਿਟਰੇਚਰ ਵੀ ਬਹੁਤ ਅਮੀਰ ਹੈ। ਸਹੀ। ਇਹ ਪ੍ਰਮੋਟ ਕਰਨ ਦੀ ਗੱਲ ਕਰਦੇ ਆ ਇਹਨਾਂ ਮੁਲਕਾਂ ਦੇ ਵਿੱਚ, ਇਹਨਾਂ ਲੋਕਾਂ ਨੂੰ, ਜਿਹੜੇ ਸਾਡੇ ਲੋਕ, ਸਾਡੇ ਜਿਹੜੇ ਭਰਾ ਭੈਣ ਬਜ਼ੁਰਗ ਇੱਥੇ ਬੈਠੇ ਆ, ਸਾਡੇ ਬੱਚੇ, ਉਹਨਾਂ ਨੂੰ ਦੱਸਣ ਵਾਸਤੇ ਇਹ ਗੱਲ ਜ਼ਰੂਰੀ ਹੈ ਕਿ ਪੰਜਾਬੀ ਦਾ ਲਿਟਰੇਚਰ ਜਿਹੜਾ ਇੰਗਲਿਸ਼ ਦੇ ਲਿਟਰੇਚਰ ਦੇ ਨਾਲੋਂ ਜਿਹੜਾ ਹੈ ਉਹ ਅਮੀਰ ਹੈ। ਕੋਈ ਸ਼ੱਕ ਨਹੀਂ ਹੈ, ਕੋਈ ਸ਼ੱਕ ਹੈ ਹੀ ਨਹੀਂ ਇਹਦੇ 'ਚ। ਉਦਾਹਰਣ ਦੇ ਕੇ ਕਹਿ ਸਕਦੇ ਆ ਕਿ ਇੱਕ ਚੀਨ ਦਾ ਜਿਹੜਾ ਹੈ ਉਹ ਟਰੈਵਲਰ ਸੀ ਹਿਊਨ ਸਾਂਗ, ਬਹੁਤ ਸਾਰਾ ਲਿਟਰੇਚਰ ਪੰਜਾਬ ਚੋਂ ਲੈ ਕੇ ਗਿਆ ਸੀ। ਉਸਨੇ ਪੰਜਾਬ ਚੋਂ ਲਿਟਰੇਚਰ ਇਸੇ ਕਰਕੇ ਲਿਆ ਸੀਗਾ ਕਿ ਉਹ ਪੜ੍ਹ ਕੇ ਉਹਨੂੰ ਅੱਗੇ ਜਿਹੜਾ ਸਮਝਣਾ ਚਾਹੁੰਦਾ ਸੀ ਔਰ ਕੋਈ ਫਲਸਫਾ ਜਿਹੜਾ ਹੈ ਉਹ ਗਾਹਾਂ ਲੋਕਾਂ ਨੂੰ ਦੇਣਾ ਚਾਹੁੰਦਾ ਸੀ, ਚਾਈਨਾ ਦੇ ਲੋਕਾਂ ਨੂੰ।
ਇਸੇ ਤਰ੍ਹਾਂ ਅੰਗਰੇਜ਼ਾਂ ਦੇ ਬਹੁਤ ਸਾਰੇ ਵਿਦਵਾਨ ਜਿਹੜੇ ਆ ਪ੍ਰੋਫੈਸਰ ਹੈ ਯੂਨੀਵਰਸਿਟੀਆਂ ਦੇ ਵਿੱਚ ਲੱਗੇ ਹੋਏ ਆ। ਮੇਰਾ ਖਿਆਲ ਕਨਿੰਗਮ ਇੱਕ ਹੁੰਦਾ ਸੀਗਾ, ਉਹਨੇ ਹਿਸਟਰੀ ਜਿਹੜੀ ਆ ਉਹ ਪੰਜਾਬ ਦੀ ਬਹੁਤ ਵਧੀਆ ਲਿਖੀ ਆ, ਔਰ ਉਹ ਬਟਾਲਾ ਇੱਥੇ ਚੜ੍ਹਦੇ ਪੰਜਾਬ ਦੇ ਵਿੱਚ ਹੈ ਬੇਰਿੰਗ ਯੂਨੀਅਨ ਕਾਲਜ, ਉੱਥੇ ਹੀ ਰਿਹਾ ਉਹ। 47 ਤੋਂ ਬਾਅਦ ਉਹਨੇ ਜਵਾਬ ਦੇ ਦਿੱਤਾ ਸੀਗਾ ਕਿ ਮੈਂ ਇੰਗਲੈਂਡ ਨਹੀਂ ਜਾਣਾ, ਮੈਂ ਇੱਥੇ ਮਰੂੰ, ਮੈਨੂੰ ਪੰਜਾਬ ਦੀ ਮਿੱਟੀ ਵੀ ਪਸੰਦ ਹੈ, ਮੈਨੂੰ ਪੰਜਾਬ ਦੀ ਬੋਲੀ ਵੀ ਪਸੰਦ ਹੈ, ਮੈਨੂੰ ਪੰਜਾਬ ਦਾ ਕਲਚਰ ਵੀ ਪਸੰਦ ਹੈ। ਸੋ ਇਸ ਤਰ੍ਹਾਂ ਦੀਆਂ ਉਦਾਹਰਨਾਂ ਬਹੁਤ ਸਾਰੀਆਂ ਮਿਲਦੀਆਂ ਨੇ ਕਿ ਅਸੀਂ ਬੋਲੀ ਦੀ ਗੱਲ ਤਾਂ ਕਰੀਏ, ਮੈਂ ਤਾਂ ਖੈਰ ਲਿੰਗੁਇਸਟਿਕ ਪੜ੍ਹਾਈ ਹੈ ਬਹੁਤ, ਤੇ ਲਿੰਗੁਇਸਟਿਕ ਦੇ ਵਿੱਚ ਮੇਰੀ ਸਪੈਸ਼ਲਾਈਜੇਸ਼ਨ ਹੈ। ਕਿਸੇ ਸੱਜਣ ਨੇ ਕਿਸੇ ਜਗ੍ਹਾ ਦੇ ਉੱਤੇ ਕੋਈ ਸੈਮੀਨਾਰ ਸੀਗਾ, ਉੱਥੇ ਕਹਿ ਦਿੱਤਾ ਉਹਨਾਂ ਨੇ ਕਿ ਪੰਜਾਬੀ ਬੋਲੀ ਵਿਗਿਆਨਕ ਨਹੀਂ ਹੈ। ਅੱਛਾ, ਮੈਨੂੰ ਬੜਾ ਦੁੱਖ ਹੋਇਆ ਉਸ ਚੀਜ਼ ਦਾ। ਉਸ ਤੋਂ ਬਾਅਦ ਮੇਰਾ ਲੈਕਚਰ ਸੀਗਾ ਕੋਈ ਅੱਧੇ ਘੰਟੇ ਦਾ, ਤੇ ਮੈਂ ਉਸੇ ਗੱਲ ਨੂੰ ਫੜ ਕੇ ਮੈਂ ਉਹਨਾਂ ਨੂੰ ਅੱਧੇ ਘੰਟੇ ਵਿੱਚ ਇਹੀ ਦੱਸਿਆ ਕਿ ਬੋਲੀ ਤਾਂ ਵਿਗਿਆਨਕ ਹੈ, ਤੁਸੀਂ ਇਹਨੂੰ ਅਣਵਿਗਿਆਨਕ ਜਿਹੜਾ ਆ ਉਹ ਕਿਵੇਂ ਕਹਿ ਸਕਦੇ ਹੋ? ਬੋਲੀ ਲਿੰਗੁਇਸਟਿਕ ਪੁਆਇੰਟ ਆਫ ਵਿਊ ਤੋਂ ਜਦੋਂ ਅਸੀਂ ਫੋਨੋਲੋਜੀ ਦੇ ਹਿਸਾਬ ਨਾਲ ਦੇਖਦੇ ਆ ਜਾਂ ਉਹਨੂੰ ਸਿਮੈਂਟਿਕਸ ਦੇ ਹਿਸਾਬ ਦੇ ਨਾਲ ਦੇਖਦੇ ਆ, ਤੇ ਬੋਲੀ ਤਾਂ ਵਿਗਿਆਨਕ ਹੈ। ਇੱਕ ਸਵਾਲ ਸੀਗਾ ਕਿਸੇ ਸੱਜਣ ਨੇ ਪੁੱਛਿਆ, ਉਹ ਕਹਿੰਦਾ ਜੀ ਬੋਲੀ ਦੇ ਵਿੱਚ ਫਾਲਤੂ ਲਫ਼ਜ਼ ਬਹੁਤ ਹੈ ਪੰਜਾਬੀ ਦੇ ਵਿੱਚ। ਅੱਛਾ, ਫਿਰ ਮੈਂ ਕਿਹਾ ਤੁਸੀਂ ਐਗਜ਼ਾਮਪਲ ਦਿਓ, ਮੈਂ ਉਹਨੂੰ ਕਲੈਰੀਫਾਈ। ਉਹ ਕਹਿੰਦੇ ਜੀ ਰੋਟੀ ਰਾਟੀ ਦਾ ਕੀ ਮਤਲਬ ਹੋਇਆ, ਚਾਹ ਚੂਹ ਦਾ ਕੀ ਮਤਲਬ ਹੋਇਆ। ਅੱਛਾ ਜੀ, ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਬਹਿ ਜਾਓ, ਤੁਹਾਨੂੰ ਪੂਰੀ ਤੁਹਾਡੀ ਤਸੱਲੀ ਕਰਾਉਂਗਾ, ਤੁਹਾਨੂੰ ਜਵਾਬ ਦੇਵਾਂਗਾ ਇਹਦਾ ਮਤਲਬ ਕੀ ਹੁੰਦਾ। ਮੈਂ ਉਹਨਾਂ ਨੂੰ ਇਹ ਗੱਲ ਦੱਸੀ, ਮੈਂ ਕਿਹਾ ਜਿਹੜਾ ਚਾਹ ਤੇ ਚੂਹ ਤੁਸੀਂ ਚੂਹ ਕਹਿੰਦੇ ਆ, ਇਹਦੇ ਵਿੱਚ ਵਿਅਰਥ ਹੈ, ਬਿਲਕੁਲ ਗਲਤ ਹੈ। ਚਾਹ ਜਿਹੜੀ ਹੈ, ਜੇ ਤੁਸੀਂ ਕਿਸੇ ਤੋਂ ਚਾਹ ਮੰਗਦੇ ਹੋ ਤਾਂ ਉਹਦਾ ਮਤਲਬ ਸਪੈਸੀਫਿਕ ਚਾਹ ਹੁੰਦਾ ਹੈ, ਤੇ ਸਾਨੂੰ ਚਾਹ ਚਾਹੀਦੀ ਹੈ, ਕੌਫੀ ਨਹੀਂ ਚਾਹੀਦੀ। ਚਾਹ ਚੂਹ ਦਾ ਮਤਲਬ ਇਹ ਹੁੰਦਾ ਕਿ ਚਾਹ ਹੈ ਨਹੀਂ ਤਾਂ ਚਾਹ ਦੇ ਨਾਲ ਕੌਫੀ ਵੀ ਚੱਲੂਗੀ, ਚਾਹ ਵਰਗੀ ਕੋਈ ਵੀ ਚੀਜ਼ ਚੱਲੂਗੀ। ਅਰਥ ਹੈ ਉਹ ਚਾਹ ਦੇ ਨਾਲ ਜੁੜ ਕੇ ਬਣਦੇ ਆ। ਲੇਕਿਨ ਵਿਅਰਥ ਕੋਈ ਨਹੀਂ। ਜਾਨਵਰ ਰੋਜ਼ ਗਾਣੇ ਗਾਉਂਦਾ, ਰੋਜ਼ ਆਪਣੀਆਂ ਆਵਾਜ਼ਾਂ ਕੱਢਦਾ, ਕੀ ਉਹ ਵਿਅਰਥ ਹੁੰਦੀਆਂ? ਹਵਾ ਦੇ ਵਿੱਚ ਸੰਗੀਤ ਹੁੰਦਾ, ਬਾਂਸਾਂ ਦੇ ਵਿੱਚ ਦੋ ਬਾਂਸ ਟਕਰਾਉਂਦੇ ਆ, ਉਹਨਾਂ ਦੇ ਨਾਲ ਇੱਕ ਆਵਾਜ਼ ਪੈਦਾ ਹੁੰਦੀ ਹੈ। ਇੱਕ ਦਰਖਤ ਦੂਸਰੇ ਦਰਖਤ ਨਾਲ ਟਕਰਾਉਂਦਾ, ਉਹਦੇ ਵਿੱਚ ਇੱਕ ਆਵਾਜ਼ ਪੈਦਾ ਹੁੰਦੀ ਹੈ। ਪਾਣੀ ਦੀਆਂ ਛੱਲਾਂ ਜਿਹੜੀਆਂ ਆਪਣੇ ਆਪ ਦੇ ਵਿੱਚ ਸੰਗੀਤ ਹੈ, ਕੀ ਉਹ ਵਿਅਰਥ ਹੈ? ਮੈਂ ਉਹਦੇ ਤੇ ਜਦੋਂ ਉਹਨਾਂ ਨੂੰ ਇਹ ਗੱਲ ਦੱਸੀ, ਉਹ ਕਹਿੰਦੇ ਜੀ ਸਾਨੂੰ ਹੁਣ ਸਮਝ ਆ ਗਈ। ਮੈਂ ਕਿਹਾ ਇਸੇ ਤਰ੍ਹਾਂ ਰੋਟੀ ਤੇ ਰਾਟੀ ਹੈ। ਰੋਟੀ ਦਾ ਮਤਲਬ ਤੁਸੀਂ ਰੋਟੀ ਖਾਣੀ ਚਾਹੁੰਦੇ ਆ, ਰੋਟੀ ਦਾ ਮਤਲਬ ਜਿਹੜਾ ਆ ਅੱਜ ਕੱਲ ਜੰਕ ਫੂਡ ਚੱਲਦਾ, ਉਹ ਵੀ ਖਾ ਸਕਦੇ ਹੋ, ਉਹ ਵੀ ਖਾ ਸਕਦੇ ਆ। ਵਾਹ, ਜੇ ਨਹੀਂ ਰੋਟੀ ਮਿਲਦੀ ਤਾਂ ਤੁਸੀਂ ਰੋਟੀ ਵਰਗੀ ਕੋਈ ਚੀਜ਼ ਖਾ ਸਕਦੇ ਹੋ ਨਾ। ਹਾਂਜੀ, ਰੋਟੀ ਕਹਿ ਦਿੰਦੇ ਆਪਾਂ। ਸੋ ਰੋਟੀ ਤੇ ਰਾਟੀ ਇਹ ਕੋਈ ਵਿਅਰਥ ਨਹੀਂ ਹੈ, ਇਹਨਾਂ ਨੂੰ ਵਿਅਰਥ ਨਾ ਸਮਝੋ, ਗੱਲ ਇਹਨਾਂ ਦੇ ਅਰਥਾਂ ਦੇ ਸਮਝਣ ਦੀ ਹੈ। ਹਾਂਜੀ, ਇਸ ਤਰ੍ਹਾਂ ਜਿਹੜਾ ਹੈ ਇਹ ਸਮਝਾਉਣਾ ਪੈਂਦਾ ਆਪਣੇ ਮੁਆਸ਼ਰੇ ਦੇ ਵਿੱਚ। ਕਈ ਗੱਲਾਂ ਜਿਹੜੀਆਂ ਅੱਜ ਹੀ ਗੱਲ ਚੱਲਦੀ ਸੀ ਇੱਕ ਰੇਡੀਓ ਸਟੇਸ਼ਨ ਦੇ ਉੱਤੇ। ਅੱਛਾ ਜੀ, ਮੈਂ ਕਿਤੇ ਜਾ ਰਿਹਾ ਸੀ, ਡਰਾਈਵ ਕਰਦਾ ਸੀ, ਖੈਰ ਮੈਂ ਫੋਨ ਨਹੀਂ ਕਰ ਸਕਿਆ। ਇੱਥੇ ਕਵੈਂਟਰੀ ਦੇ ਵਿੱਚ ਇੱਕ ਰੇਡੀਓ ਸਟੇਸ਼ਨ ਹੈ, ਉੱਥੇ ਉਹਨਾਂ ਦੀ ਗੱਲ ਚੱਲਦੀ ਸੀਗੀ, ਤੇ ਉਹ ਕਹਿੰਦੇ ਸੀਗੇ ਸੱਤ ਵਚਨ ਦਾ ਮਤਲਬ ਕੀ ਹੁੰਦਾ। ਅੱਛਾ, ਇੱਕ ਤਾਂ ਕਹੀ ਜਾਂਦਾ ਸੀ ਜਿਹੜੇ ਉਹ ਬਚਨ ਉਹ ਸੱਤਾਂ ਵਰਗੇ ਇੱਕ ਹੁੰਦੇ ਆ। ਕੋਈ ਸੱਤ ਨੂੰ ਕਹਿੰਦਾ ਸੀਗਾ ਇੱਕੋ ਹੀ ਵਚਨ ਹੁੰਦਾ, ਲੇਕਿਨ ਸੱਤ ਕਰਕੇ ਕਹਿ ਦਿੰਦੇ ਆ ਅਸੀਂ। ਲੇਕਿਨ ਸੱਤ ਜਿਹੜਾ ਆ ਉਹਦਾ ਮਤਲਬ ਹੈ ਸੱਚ। ਸੱਤ, ਸੱਚ। ਸਤਿ ਸ੍ਰੀ ਅਕਾਲ ਦੇ ਵਿੱਚ ਦਾ ਮਤਲਬ ਕੀ ਹੈ? ਸੱਚ ਦਾ ਮਤਲਬ ਸੱਚ ਹੈ। ਹਾਂਜੀ, ਇਹ ਸੱਚ, ਸਤਿ ਸ੍ਰੀ ਅਕਾਲ, ਮਿੱਠਾ। ਪੰਜਾਬੀ ਦੇ ਵਿੱਚ, ਸ਼ੁੱਧ ਪੰਜਾਬੀ ਦੇ ਵਿੱਚ ਅਸੀਂ ਇਹਨਾਂ ਨੂੰ ਸੱਚੇ ਬੋਲ ਕਹਿੰਦੇ ਆ। ਸੱਤ ਬਚਨ ਨੂੰ ਸੱਚੇ ਬੋਲ ਕਹਿੰਦੇ ਆ। ਲੇਕਿਨ ਉਹ ਜਿਹੜਾ ਪ੍ਰੈਜੈਂਟਰ ਸੀਗਾ ਉਹ ਵੀ ਆਪਣੇ ਹਿਸਾਬ ਨਾਲ ਸੋਚੀ ਜਾ ਰਿਹਾ ਸੀ, ਤੇ ਬਾਕੀ ਵੀ ਆਪਣੇ ਹਿਸਾਬ ਨਾਲ ਸੋਚੀ ਜਾ ਰਹੇ ਸੀਗੇ। ਤੇ ਮੈਂ ਤਾਂ ਡਰਾਈਵ ਕਰਦਾ ਸੀ, ਇਸ ਕਰਕੇ ਫਿਰ ਮੇਰੇ ਵਾਸਤੇ ਮੁਸ਼ਕਲ ਸੀ। ਸੋ ਇਸ ਤਰ੍ਹਾਂ ਦੀਆਂ ਉਦਾਹਰਨਾਂ ਜਿਹੜੀਆਂ ਜ਼ਰੂਰ ਦੇਣੀਆਂ ਚਾਹੀਦੀਆਂ ਤਾਂ ਕਿ ਕਲੈਰੀਫਾਈ ਹੋ ਜਾਏ, ਆਪਣੇ ਭਾਈਚਾਰੇ ਦੇ ਵਿੱਚ ਕੋਈ ਮੈਸੇਜ ਜਾਵੇ ਬੋਲੀ ਨੂੰ ਸਪਰੈਡ ਕਰਨ ਦਾ। ਜੀ ਬਿਲਕੁਲ। ਤੇ ਮੈਂ ਤੇ ਜੀ ਤੁਹਾਨੂੰ ਅੱਜ ਡਾਕਟਰ ਸਾਹਿਬ ਮੈਂ ਬਾਰ-ਬਾਰ ਕਹਿ ਰਹੀ ਹਾਂ, ਕਿਉਂਕਿ ਤੁਸੀਂ ਜਿਹੜੀ ਗੱਲ ਕਹੀ ਹੈ, ਪਰ ਯਕੀਨ ਕਰੋ ਕਿ ਤੁਹਾਡੇ ਨਾਲ ਗੱਲਬਾਤ ਕਰਨ ਦਾ ਇੰਨਾ ਸਵਾਦ ਆਉਂਦਾ ਪਿਆ ਹੈ ਕਿ ਕਿਉਂਕਿ ਤੁਸੀਂ ਸਾਨੂੰ ਇਹ ਕਿ ਮਾਂ ਬੋਲੀ ਦੇ ਬਾਰੇ ਦੇਖੋ, ਇਹ ਇੱਕ ਨਵੀਂ ਗੱਲ ਹੈ, ਔਰ ਮੈਨੂੰ ਵੀ ਇਸ ਗੱਲ ਦੀ ਜਾਣਕਾਰੀ ਹੋਈ ਹੈ ਕਿ ਜੀ ਚਾਹ ਚੂ ਹੁਣ ਜਿਸ ਤਰ੍ਹਾਂ ਕਿ ਵੀ ਹੈ ਮੇਰੇ ਮੀਆਂ ਸਾਹਿਬ ਨੇ ਕਿਹਾ ਕਿ ਹੁਣ ਇਹ ਪ੍ਰੋਗਰਾਮ ਕਰਦੀ ਪਈ ਹੈ,
ਉਹਨਾਂ ਨੇ ਮੈਨੂੰ ਕਾਫੀ ਬਣਾ ਕੇ ਨਾਲ ਹੀ ਮੇਰੇ ਪਾਸੇ ਤੇ ਰੱਖ ਦਿੱਤੀ ਹੈ। ਤੇ ਇਹ ਚਾਹ ਚੂ ਹੈ ਕਿ ਬਈ ਚਾਹ ਨਹੀਂ ਚੂ, ਮਤਲਬ ਚੱਲ ਵੀ ਤੂੰ ਥੋੜਾ ਕੰਮ ਕਰਨੀ ਪਈਆਂ ਤੇ ਤੂੰ ਆਪਣਾ ਇੰਟਰਵਿਊ ਲਈ ਜਾ ਤੇ ਮੈਂ ਤੈਨੂੰ ਇਹ ਚੂ ਹੈ। ਤੇ ਖਵਾਤੀਨੋ ਹਜ਼ਰਾਤ, ਇਹ ਜੇ ਕਿ ਸਾਡੇ ਪੰਜਾਬੀ ਚ ਕੰਮ ਕਰਨ ਵਾਲੇ ਕਿੰਨੇ ਕਿੰਨੇ ਵੱਡੇ ਸਕਾਲਰ ਹੈ। ਡਾਕਟਰ ਸਾਹਿਬ ਮੈਂ ਤੁਹਾਨੂੰ ਸਲੂਟ ਕਰਨੀ ਹੈ, ਯਕੀਨ ਕਰੋ ਦਿਲ ਖੁਸ਼ ਹੁੰਦਾ ਪਿਆ ਤੁਹਾਡੇ ਨਾਲ ਗੱਲ ਕਰਕੇ। ਲੱਗਾ ਮੈਨੂੰ ਤੁਹਾਡੇ ਨਾਲ ਇਹ ਬਹੁਤ ਵਧੀਆ ਇੰਟਰਵਿਊ ਜਿਹੜੀ ਹੈ ਤੁਸੀਂ ਮੌਕਾ ਦਿੱਤਾ ਆਪਣੇ ਟੈਲੀਵਿਜ਼ਨ ਦੇ ਉੱਤੇ, ਆਪਣੇ ਚੈਨਲ ਦੇ ਉੱਤੇ, ਤੇ ਤੁਹਾਡਾ ਤਾਂ ਬਹੁਤ ਧੰਨਵਾਦ, ਤੁਹਾਡਾ ਆਭਾਰੀ ਹਾਂ। ਤੇ ਨਾਲ ਜਿਹੜੇ ਜਿੰਨੇ ਦਰਸ਼ਕ ਹੈ ਤੁਹਾਡੇ, ਉਹਨਾਂ ਦਾ ਵੀ ਧੰਨਵਾਦ ਕਿ ਉਹਨਾਂ ਨਾਲ ਰੂਬਰੂ ਹੋਈ ਹੈ, ਉਹਨਾਂ ਦੇ ਨਾਲ ਵਿਚਾਰ ਸਾਂਝੇ ਹੋਣੇ ਹੈ। ਔਰ ਮੈਂ ਸਮਝਦਾ ਕਿ ਮੇਰੀ ਪ੍ਰਾਪਤੀ ਹੈ ਔਰ ਮੇਰੀ ਜ਼ਿੰਮੇਵਾਰੀ ਵੀ ਹੈ, ਸਾਡੀ ਜ਼ਿੰਮੇਦਾਰੀ ਹੈ ਬਿਲਕੁਲ। ਤੇ ਇਸੇ ਤਰ੍ਹਾਂ ਜੁੜੇ ਰਵਾਂਗੇ ਡਾਕਟਰ ਸਾਹਿਬ, ਕਿਉਂਕਿ ਹੁਣ ਟਾਈਮ ਥੋੜਾ ਖਤਮ ਹੋਣ ਵਾਲਾ ਹੈ, ਪਰ ਮੈਂ ਚਾਹਨੀ ਹਾਂ ਕਿ ਤੁਸੀਂ ਆਏ ਹੋ ਅੱਜ ਅਸੀਂ ਆਪਣੀ ਪੰਜਾਬੀ ਬੈਠਕ ਵਿੱਚ। ਤੇ ਗਿੰਮੀ ਸਾਹਿਬ ਉੱਤੇ ਬੈਠੇ ਬਹੁਤ ਖੁਸ਼, ਨਾ ਸਿਰਫ ਗਿੰਮੀ ਸਾਹਿਬ, ਅਫਸਲ ਹਸਨ ਰੰਧਾਵਾ, ਬਾਕੀ ਜਿਹੜੇ ਉਹ ਰੂਹਾਂ ਜਿਨ੍ਹਾਂ ਰੂਹਾਂ ਨੇ ਦੋਵੇਂ ਪੰਜਾਬਾਂ ਵਾਸਤੇ ਤੇ ਪੰਜਾਬੀ ਮਾਂ ਜਾਈ ਵਾਸਤੇ ਤੇ ਪੰਜਾਬੀ ਮਾਂ ਬੋਲੀ ਵਾਸਤੇ ਇੱਕ ਖਾਬ ਸੀ ਉਹਨਾਂ ਦਾ। ਅਸੀਂ ਹੁਣ ਉਸੇ ਖਾਬ ਨੂੰ ਅੱਗੇ ਲੈ ਕੇ ਤੇ ਅਸੀਂ ਆਪਣੇ ਇੰਗਲੈਂਡ ਦੇ ਵਿੱਚ ਵੀ, ਤੁਸੀਂ ਆਪਣੀ ਜਗ੍ਹਾ ਤੇ ਬਹੁਤ ਕੰਮ ਕਰ ਰਹੇ ਹੋ, ਅਸੀਂ ਵੀ ਆਪਣੀ ਕੰਟਰੀਬਿਊਸ਼ਨ ਇੰਜੀ ਸਾਰੇ ਪੰਜਾਬੀ ਜਿੱਥੇ ਜਿੱਥੇ ਬੈਠੇ ਨੇ ਉਹ ਆਪਣੀ ਆਪਣੀ ਥੋੜੀ ਥੋੜੀ ਕੰਟਰੀਬਿਊਸ਼ਨ ਕਰਦੇ ਰਹਿਣ ਤੇ ਫਿਰ ਵੱਡਾ ਕੰਮ ਹੋ ਜਾਂਦਾ ਆਪਣੇ ਆਪ ਹੀ। ਤੇ ਤੁਸੀਂ ਕੋਈ ਪੈਗਾਮ ਦੇ ਦਿਓ, ਰਲ ਕੇ ਕਰਨਾ ਪੈਣਾ ਜੀ ਸਾਰਿਆਂ ਨੂੰ। ਹਾਂਜੀ ਬਿਲਕੁਲ ਬਿਲकुल, ਰਲ ਮਿਲ ਕੇ, ਪਿਆਰ ਨਾਲ ਰਲ ਮਿਲ ਕੇ ਆਪਣੀ ਮਾਂ ਬੋਲੀ ਨੂੰ ਲੈ ਕੇ ਜਾਣਾ। ਤੇ ਸਰ ਕੋਈ ਪੈਗਾਮ ਦੇਣਾ ਚਾਹੋ ਆਡੀਅנס ਨਾਜ਼ਰੀਨ ਤੁਹਾਡੇ ਸਾਰੇ ਇੱਥੇ ਤੁਹਾਨੂੰ ਵੇਖਦੇ ਪਏ ਨੇ ਇਸ ਵੇਲੇ? ਪੈਗਾਮ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਪਣੀ ਬੋਲੀ, ਆਪਣਾ ਦੇਸ਼, ਆਪਣਾ ਭੇਸ ਪਹਿਰਾਵਾ ਇਹ ਕਦੇ ਨਾ ਵਿਸਾਰੋ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਵਿਸਾਰ ਦਿੱਤੀਆਂ, ਅਸੀਂ ਅੰਗਰੇਜ਼ੀ ਬੋਲ ਕੇ ਅੰਗਰੇਜ਼ ਨਹੀਂ ਬਣ ਸਕਦੇ। ਸਾਡੀ ਆਈਡੀ ਜੋ ਹੈ ਉਹ ਆਈਡੀ ਨੂੰ ਬਰਕਰਾਰ ਰੱਖਣ ਵਾਸਤੇ ਜਿਹੋ ਜਿਹੇ ਅਸੀਂ ਹੈਗੇ ਆ ਉਹੋ ਜਿਹੇ ਰਹਿਣਾ ਪੈਣਾ ਸਾਨੂੰ। ਉਹੀ ਸਾਡੀ ਆਈਡੀ ਹੈ, ਉਹੀ ਸਾਡੀ ਪਛਾਣ ਹੈ। ਅਸੀਂ ਜਿਹੜੇ ਮਰਜ਼ੀ ਮੁਲਕ ਦੇ ਵਿੱਚ ਬਸੀਏ, ਉੱਥੇ ਬਸ ਕੇ ਅਸੀਂ ਜਿਹੜਾ ਆ ਉਹ ਇਹ ਨਹੀਂ ਆਪਣੇ ਆਪ ਨੂੰ ਜਿਹੜਾ ਉਹ ਕੀ ਕਹਿੰਦੇ ਹੁੰਦੇ ਨਾ, ਕਊਆ ਚੱਲਾ ਹੰਸ ਕੀ ਚਾਲ, ਆਪਣੀ ਵੀ ਭੂਲ ਬੈਠਾ, ਆਪਣੀ ਵੀ ਭੂਲ ਗਿਆ। ਆਪਣੀ ਆਈਡੀ ਬਣਾ ਕੇ ਰੱਖੋ। ਜੇ ਅਸੀਂ ਏਸ਼ੀਅਨ ਹੈ, ਜੇ ਅਸੀਂ ਪੰਜਾਬੀ ਹੈ ਤੇ ਅਸੀਂ ਪੰਜਾਬੀ ਹਾਂ, ਸਾਨੂੰ ਇਸ ਗੱਲ ਦੇ ਉੱਤੇ ਮਾਣ ਹੋਣਾ ਚਾਹੀਦਾ। ਮੈਂ ਇਹੀ ਗੱਲ ਕਹੂੰਗਾ, ਇਹਨਾਂ ਸ਼ਬਦਾਂ ਦੇ ਨਾਲ ਆਪ ਤੋਂ ਆਗਿਆ ਲਵਾਂਗਾ। ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਉਹ ਤੁਸੀਂ ਵੀ ਹੁਣ ਪਾਇਆ ਹੋਇਆ ਕੋਟ, ਇੱਥੇ ਮੈਂ ਵੀ ਅੰਗਰੇਜ਼ੀ ਸ਼ਰਟ ਪਾਈ ਹੈ, ਪਰ ਇਹਦਾ ਮਤਲਬ ਨਹੀਂ ਹੈ ਅਸੀਂ ਕਿਤੇ ਲੈਕਚਰ ਦੇਣਾ ਹੁੰਦਾ, ਕਿਤੇ ਜਾਣਾ ਹੁੰਦਾ। ਇਹ ਹੁੰਦਾ ਕਿ ਤੁਸੀਂ ਬਾਜ਼ ਔਕਾਤ ਭੇਸ ਬਦਲਣਾ ਵੀ ਪੈਂਦਾ ਕਿਸੇ ਸਿਚੁਏਸ਼ਨ ਦੇ ਹਵਾਲੇ ਨਾਲ, ਪਰ ਸੋਚ ਸਾਡੀ ਤੇ ਆਪਣੇ ਕਲਚਰ ਨਾਲ ਜੁੜਨ ਦੀ ਜਿਹੜੀ ਦਿਲੋਂ ਇੱਕ ਖਿੱਚ ਹੈ ਨਾ, ਉਹ ਰਹਿਣੀ ਚਾਹੀਦੀ ਹੈ। ਕਿਉਂਕਿ ਸਾਨੂੰ ਮਾਣ ਇਸ ਕਰਕੇ ਪਾਇਆ ਹੋਇਆ। ਸਹੀ ਕਹਿੰਦੇ ਵੇ ਸਹੀ ਹਾਂਜੀ। ਅਸੀਂ ਤੇ ਆਪਣੇ ਅੰਗਰੇਜ਼ ਜਿਹੜੀਆਂ ਸਹੇਲੀਆਂ, ਮੇਰੀ ਇੱਕ ਜਰਮਨ ਸਹੇਲੀ ਸੀ, ਮੈਂ ਤੇ ਆਪਣਾ ਉਹਨੂੰ ਸਲਵਾਰ ਕਮੀਜ਼ਾਂ ਉਹ ਸ਼ੌਕ ਨਾ ਪਾਉਂਦੀ ਸੀ। ਉਹ ਕਹਿੰਦੀ ਸੀ ਕਾਸ਼ ਮੈਂ ਪੰਜਾਬ 'ਚ ਪੈਦਾ ਹੁੰਦੀ, ਮੇਰਾ ਦੂਸਰਾ ਜਨਮ ਹੋਏਗਾ ਤੇ ਮੈਂ ਚਾਹਾਂਗੀ ਕਿ ਮੈਂ ਲਾਹੌਰ 'ਚ ਪੈਦਾ ਹੋਵਾਂ। ਤੁਸੀਂ ਸੋਚੋ ਇੰਨਾ ਉਹ ਐਪਰੀਸ਼ੀਏਟ ਕਰਦੇ ਸੀ। ਸਾਨੂੰ ਬੜਾ ਮਾਣ ਦਾ ਵਾ ਅਸੀਂ ਪੰਜਾਬੀ ਹਾਂ, ਬੜਾ ਮਾਣ ਦਾ ਵਾ ਆਪਣੀ ਮਾਂ ਬੋਲੀ ਤੇ। ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਸੌਰੀ ਮੈਂ, ਕਿ ਉਹ ਅਸੀਂ ਦੋਹਾਂ ਪੰਜਾਬਾਂ ਦਾ ਹੈ ਜੀ। ਹਾਂਜੀ, ਉਹ ਜਨਵਰੀ ਦੇ ਵਿੱਚ 2021 ਦੇ ਵਿੱਚ ਆ ਜਾਣਾ ਹੈ। ਔਰ ਉਹ ਦੋਹਾਂ ਪੰਜਾਬਾਂ ਦਾ ਪ੍ਰੋਜੈਕਟ ਹੈ ਕਿ ਜਿਹੜੇ ਪੰਜਾਬੀ ਦੇ ਬੜੇ ਉੱਚੇ ਸੁੱਚੇ ਸ਼ਾਇਰ ਹੋਏ ਆ, ਵਾਰਤਕਕਾਰ ਹੋਏ ਆ, ਬਹੁਤ ਵੱਡੇ ਜਿਹੜੇ ਆ ਉਹ ਸਾਹਿਤਕਾਰ ਹੋਏ ਆ, ਉਹਨਾਂ ਦੀ 101 ਦੀ ਅਸੀਂ ਇੱਕ ਪ੍ਰੋਜੈਕਟ ਕਰ ਰਹੇ ਹਾਂ। ਠੀਕ ਹੈ। ਉਹ ਪਹਿਲੀ ਵਾਰ ਵਰਲਡ ਦੇ ਵਿੱਚ ਹੋਊਗਾ ਜਿਹੜਾ ਕਲਮ ਤੇ ਕੈਨਵਸ ਦਾ ਸੁਮੇਲ ਹੋਊਗਾ। ਓਕੇ, ਠੀਕ ਹੈ। ਉਹਨਾਂ ਦੀਆਂ ਪੇਂਟਿੰਗਸ ਵੀ ਹੋਣਗੀਆਂ ਤੇ ਉਹਨਾਂ ਦੇ ਬਾਰੇ ਵਿੱਚ ਜਿਹੜਾ ਹੈ ਉਹ ਫੀਚਰਸ ਵੀ ਲਿਖੇ ਜਾਣਗੇ। ਔਰ ਉਹ ਇੱਕ ਵੱਡੀ ਐਲਬਮ ਜਿਹੜੀ ਅਸੀਂ ਕਰ ਰਹੇ ਹਾਂ, ਉਹ ਪਿਛਲੇ 2 ਸਾਲ ਤੋਂ ਲੱਗੇ ਹੋਏ ਆ। ਤੇ ਵਰਲਡ ਦਾ ਨਾਮਵਰ ਚਿੱਤਰਕਾਰ ਜਿਹੜਾ ਆਪਣੇ ਆਰਟਿਸਟ, ਤੁਸੀਂ ਸੁਣਿਆ ਹੋਊਗਾ ਆਪਣੇ ਇੱਥੇ ਦਾ ਜਿਹੜਾ ਆਰਟਿਸਟ ਬਹੁਤ ਵੱਡਾ ਇੰਗਲੈਂਡ ਦਾ, ਸਰੂਪ ਸਿੰਘ। ਹਾਂਜੀ ਹਾਂਜੀ ਹਾਂਜੀ, ਉਹਨਾਂ ਨਾਲ ਕੋਲੈਬੋਰੇਸ਼ਨ ਚੱਲ ਰਹੀ ਹੈ। ਅਰੇ ਵਾਹ, ਚੱਲ ਰਹੀ ਹੈ ਸਾਡੀ। ਤੇ ਉਹ ਪੇਂਟਿੰਗਸ ਉਹ ਕਰਦੇ ਆ ਕਿਉਂਕਿ ਉਹ ਬਕਿੰਗਮ ਪੈਲੇਸ ਦੇ ਵਿੱਚ ਇੱਕੋ ਹੀ ਬੰਦਾ ਜਿਹੜਾ 3 ਦਿਨ ਬੈਠ ਕੇ ਰਾਣੀ ਦੀ ਬਣਾ ਕੇ ਆਇਆ ਸੀ ਪੇਂਟਿੰਗ। ਵਾਹ ਵਾਹ ਵਾਹ। ਹਾਂਜੀ,
ਉਹਨਾਂ ਨਾਲ ਵੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿਤੇ ਅਰੇਂਜ ਕਰਿਓ ਜਰੂਰ, ਉਹਨਾਂ ਨਾਲ ਵੀ ਬੋਲ ਲਿਓ। ਬਿਲਕੁਲ ਕਰਾਂਗੇ ਜੀ, ਕਿਉਂ ਨਹੀਂ ਕਰਾਂਗੇ, ਵਾਦਾ ਤੁਹਾਡੇ ਨਾਲ, ਕਿਉਂਕਿ ਜੇ ਰੂਪ ਸਿੰਘ ਹੋਰੀ ਉਹ ਰਾਣੀ ਦੀਆਂ ਪੇਂਟਿੰਗ ਬਣਾ ਕੇ ਆਏ ਨੇ ਤੇ ਜਿਹੜਾ ਤੁਸੀਂ ਕੰਮ ਸ਼ੁਰੂ ਕੀਤਾ ਉਹ ਕਰ ਰਹੇ ਨੇ ਪੂਰੀ ਵਰਲਡ ਵਾਸਤੇ, ਜਿਹੜਾ ਸਾਰਾ ਹਿਸਾਬ ਕਿਤਾਬ ਅਸੀਂ ਉਹਨਾਂ ਨਾਲ ਜ਼ਰੂਰ ਕਰਾਂਗੇ। ਅੱਛਾ, ਕਮਾਲ ਹੈ। ਅਸੀਂ ਆਪਣੇ ਪੰਜਾਬੀ ਕਲਚਰ ਦੀ ਹਰ ਜਿਹੜੀ ਫੀਲਡ ਹੈ ਨਾ ਹਲੇ, ਕਿਉਂਕਿ ਇਹ ਪ੍ਰੋਜੈਕਟ ਸਟਾਰਟ ਕੀਤਾ ਪੰਜਾਬੀ ਬੈਟਰ ਦਾ, ਤੇ ਇਹਦੇ ਵਿੱਚ ਹਲੇ ਮੈਂ ਆ ਰਹੀ ਹਾਂ ਸਕਾਲਰ ਜਾਂ ਜਿਨ੍ਹਾਂ ਦਾ ਸਭ ਹੈ ਥੋੜਾ ਜਿਹਾ, ਇਹ ਜੋ ਇਹਦਾ ਰੈਪੋ ਬਣਨਾ, ਅਸੀਂ ਉਹ ਸਭ ਚੀਜ਼ਾਂ ਇਕੱਠੀਆਂ ਕਰਨੀਆਂ ਆਪਣੇ ਪੰਜਾਬ ਦੇ ਹਵਾਲੇ ਨਾਲ, ਬਾਕੀ ਚੀਜ਼ਾਂ ਨਾਲ, ਉਹਦੇ ਚ ਪੇਂਟਿੰਗ ਵੀ ਆਉਣਗੀਆਂ, ਉਹਦੇ ਚ ਬਾਕੀ ਵੀ, ਉਹਦੇ ਚ ਆਪਣਾ ਤੁਹਾਨੂੰ ਪਤਾ ਜਿਹੜੀਆਂ ਸਾਡੀਆਂ ਲੋਹੜੀ, ਜਿਹੜਾ ਉਹਦੇ ਬਾਅਦ ਸਾਡੇ ਹੀਰੋ ਨੇ ਉਹਨਾਂ ਦੇ ਬਾਅਦ ਉੱਤੇ ਵੀ ਗੱਲਬਾਤ ਹੋਏਗੀ, ਬਾਕੀ ਵੀ ਸਭ ਚੀਜ਼ਾਂ। ਤੇ ਬਣ ਜਾਏ ਸਾਰਾ ਕੁਝ ਠੀਕ ਹੋ ਜਾਊਗਾ ਜੀ। ਬਹੁਤਾ ਮਤਲਬ ਜਿਹੜਾ ਕਰਨ ਦੀ ਲੋੜ ਹੈ ਕਿ ਕੰਪੇਨ ਜਿਹੜੀ ਆ ਉਹਨੂੰ, ਮੂਵਮੈਂਟ ਨੂੰ ਜਿਹੜਾ ਇੱਕ ਲਹਿਰ ਬਣਾਉਣ ਦੀ ਲੋੜ ਹੈ। ਹਾਂਜੀ, ਲਹਿਰ ਹੀ ਬਣੇਗੀ, ਬਣ ਵੀ ਰਹੀ ਹੈ। ਤੇ ਬਹੁਤ ਹੀ ਸ਼ੁਕਰੀਆ, ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੈ, ਯਕੀਨ ਕਰੋ, ਮਜ਼ਾ ਆ ਗਿਆ। ਮੌਕਾ ਦਿੱਤਾ, ਮੈਨੂੰ ਬੜਾ ਅੱਛਾ ਲੱਗਾ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਬਹੁਤ ਧੰਨਵਾਦ, ਥੈਂਕ ਯੂ ਸੋ ਮਚ, ਥੈਂਕ ਯੂ। ਰੱਬ ਰਾਖਾ, ਜੀਂਦੇ ਵਾਸਤੇ ਰੱਬ ਜੀ।